Hello everyone, welcome to Victor's Knowledge. This is Chinu Sharma and today I am going to discuss a very important topic from the syllabus of Punjab Sub Inspector exam. Basically ਜਿਹੜਾ topic ਹੈ ਇਹ ਜਿਹੜਾ ਪੰਜਾਬ ਸਬ ਇੰਸਪੈਕਟਰ ਦਾ ਐਗਜ਼ਾਮ ਹੋਣ ਵਾਲਾ ਹੈ ਉਹਦੇ ਵਿੱਚ ਸਪੈਸੀਫਿਕਲੀ ਦਿੱਤਾ ਹੋਇਆ ਹੈ ਤੇ ਬਹੁਤ ਸਾਰੇ ਸਟੂਡੈਂਟ ਕਨਫਿਊਜ਼ ਸੀ ਕਿ ਇਹਦੇ ਵਿੱਚ ਅਸੀਂ ਪੜ੍ਹਨਾ ਕੀ ਹੈ। ਸੋ ਜਿਹੜਾ ਟੌਪਿਕ ਹੈ ਇਹ ਕੋਈ ਟੈਕਨੀਕਲ ਟੌਪਿਕ ਨਹੀਂ ਹੈ, ਇੱਕ ਪ੍ਰੋਫੈਸ਼ਨਲ ਐਥਿਕਸ ਨੂੰ ਲੈ ਕੇ ਟੌਪਿਕ ਹੈ। ਜਦੋਂ ਤੁਸੀਂ ਕਿਸੇ ਸਰਵਿਸ ਦੇ ਵਿੱਚ ਜਾਂਦੇ ਹੋ ਤਾਂ ਉਸ ਸਰਵਿਸ ਨੂੰ ਅਵੇਅਰ ਕਰਨ ਦੇ ਲਈ ਕਿ ਤੁਹਾਨੂੰ ਕਿਵੇਂ ਦੇ ਕੰਮ ਕਰਨੇ ਪੈ ਸਕਦੇ ਨੇ ਜਾਂ ਕਿਹੜੇ-ਕਿਹੜੇ ਲੋਕਾਂ ਦੇ ਰਾਈਟਸ ਦੇ ਲਈ ਤੁਸੀਂ ਕੰਮ ਕਰਨੇ ਨੇ, ਸੋ ਉਹ ਚੀਜ਼ ਦੀ ਇੱਕ ਨੌਲੇਜ ਦੇ ਲਈ ਇਹ ਟੌਪਿਕ ਨੂੰ ਐਡ ਕੀਤਾ ਗਿਆ। ਸੋ ਆਪਣਾ ਅੱਜ ਦਾ ਟੌਪਿਕ ਹੈ awareness of issues containing diversity, ethics and vulnerable sections of society. So now we are going to start with our topic. ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਡਾਇਵਰਸਿਟੀ ਅਵੇਅਰਨੈਸ ਕੀ ਹੈ। ਡਾਇਵਰਸਿਟੀ ਦਾ ਮਤਲਬ ਹੁੰਦਾ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕ, ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ। ਜਦੋਂ ਕੋਈ ਚੀਜ਼ ਸੇਮ ਨਾ ਹੋਵੇ, ਭਿੰਨ-ਭਿੰਨ ਤਰ੍ਹਾਂ ਦੀਆਂ ਚੀਜ਼ਾਂ ਹੋਣ, ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੋਣ, ਅਲੱਗ-ਅਲੱਗ ਜਾਤ ਦੇ, ਉਮਰ ਦੇ, ਜੈਂਡਰ ਦੇ ਜਾਂ ਦੇਖਣ ਵਾਈਜ਼ ਫਿਜ਼ੀਕਲੀ ਅਲੱਗ ਤਰ੍ਹਾਂ ਦੇ ਲੋਕ ਹੋਣ ਜਾਂ ਕਿਸੇ ਦੇ ਵਿਚਾਰ, ਕੋਈ ਪੋਲੀਟੀਕਲ ਬਿਲੀਫ ਅਲੱਗ ਹੋਣ। ਸੋ ਹਰ ਤਰ੍ਹਾਂ ਦੀ ਜਿਹੜੀ ਭਿੰਨਤਾ ਹੈ ਉਹਨੂੰ ਆਪਾਂ ਡਾਇਵਰਸਿਟੀ ਕਹਿੰਦੇ ਹਾਂ। ਸੋ ਇੰਡੀਆ ਨੂੰ ਆਪਾਂ ਯੂਨਿਟੀ ਇਨ ਡਾਇਵਰਸਿਟੀ ਕਿਉਂ ਕਹਿੰਦੇ ਹਾਂ? ਕਿਉਂਕਿ ਇੰਡੀਆ ਦੇ ਵਿੱਚ ਚਾਹੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ, ਅਲੱਗ ਸਟੇਟਸ ਨੇ, ਉਰੇ ਅਲੱਗ-ਅਲੱਗ ਰਿਲੀਜਨ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ, ਪਰ ਇੱਕ ਏਕਤਾ ਹੈ, ਇੱਕ ਭਾਈਚਾਰਾ ਹੈ। ਸੋ ਇੰਡੀਆ ਦੇ ਲਈ ਆਪਾਂ ਹਮੇਸ਼ਾ ਟੈਗਲਾਈਨ ਯੂਜ਼ ਕਰਦੇ ਹਾਂ ਯੂਨਿਟੀ ਇਨ ਡਾਇਵਰਸਿਟੀ। ਸੋ ਡਾਇਵਰਸਿਟੀ ਕੀ ਹੈ? It is one's ability to embrace the uniqueness of all individuals along several dimensions such as race, religious belief, ethnicity, age, gender, physical ability, political belief and socio-economic status. ਸੋ ਇਸ ਡਾਇਵਰਸਿਟੀ ਦੀ ਜਾਗਰੂਕਤਾ, ਅਵੇਅਰਨੈਸ ਹੈ। ਕਿਸੇ ਵੀ ਟੌਪਿਕ ਬਾਰੇ ਜਦੋਂ ਆਪਾਂ ਨੂੰ ਕੋਈ ਜਾਗਰੂਕਤਾ ਪੈਦਾ ਕਰਨੀ ਹੁੰਦੀ ਹੈ ਉਹਨੂੰ ਆਪਾਂ ਅਵੇਅਰਨੈਸ ਬੋਲਦੇ ਹਾਂ। ਸੋ ਡਾਇਵਰਸਿਟੀ ਅਵੇਅਰਨੈਸ ਇੱਕ ਇਹੋ ਜਿਹੀ ਚੀਜ਼ ਹੈ, ਇੱਕ ਇਹੋ ਜਿਹੀ ਆਪਣੀ ਟੈਲੈਂਟ ਹੈ, ਅਬਿਲਿਟੀ ਹੈ, ਜਿਹਦੇ ਨਾਲ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਬਰਾਬਰ ਮੰਨ ਕੇ ਚੱਲਦੇ ਹਾਂ। ਆਪਾਂ ਜਿਹੜੇ ਉਹਨਾਂ ਦੇ ਅਲੱਗ-ਅਲੱਗ ਬਿਲੀਫ ਨੇ, ਉਹਨਾਂ ਦੀ ਅਲੱਗ-ਅਲੱਗ ਥਿੰਕਿੰਗ ਹੈ, ਉਹਨੂੰ ਰਿਸਪੈਕਟ ਕਰਕੇ ਚੱਲਦੇ ਹਾਂ। ਸੋ ਡਾਇਵਰਸਿਟੀ ਹੈ ਜਿਹੜੀ, ਇਹਦਾ ਮਤਲਬ ਹੈ ਕਿ ਹਰ ਤਰ੍ਹਾਂ ਦੀ ਰਿਲੀਜਨ ਨੂੰ, ਹਰ ਤਰ੍ਹਾਂ ਦੇ ਇਨਸਾਨ ਨੂੰ ਟੋਲਰੇਟ ਕਰਕੇ ਨਾਲ ਲੈ ਕੇ ਚੱਲਣਾ। ਸੋ ਜਿਵੇਂ ਆਪਾਂ ਹੁਣ ਸੁਸਾਇਟੀ 'ਚ ਰਹਿੰਦੇ ਹਾਂ ਤਾਂ ਆਪਾਂ ਨੂੰ ਪਤਾ ਹੈ ਕਿ ਆਪਣੇ ਗੁਆਂਢ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ, ਆਪਣੇ ਉਹਨਾਂ ਨਾਲ ਵਿਚਾਰਧਾਰਾ ਕਈ ਵਾਰੀ ਅਲੱਗ ਵੀ ਹੁੰਦੀ ਹੈ, ਪਰ ਡਾਇਵਰਸਿਟੀ ਅਵੇਅਰਨੈਸ ਦਾ ਮਤਲਬ ਹੈ ਕਿ ਕਿਵੇਂ ਆਪਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿ ਕੇ ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਚੱਲਣਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਜਿਹੜੇ ਲੋਕਾਂ ਦੇ ਬਿਲੀਫ ਨੇ, ਉਹਨਾਂ ਦੇ ਆਪਣੇ ਇੰਡੀਵਿਜੂਅਲ ਥਿੰਕਿੰਗ ਹੈ, ਉਹਨੂੰ ਰਿਸਪੈਕਟ ਕਰਕੇ ਚੱਲਣਾ। ਸੋ ਜਿਹਦੇ ਨਾਲ ਕੀ ਹੈ, ਇੱਕ ਸੁਸਾਇਟੀ ਦੇ ਵਿੱਚ ਇੱਕ ਹੈਲਦੀ ਰਿਲੇਸ਼ਨਸ਼ਿਪ ਆਵੇ। ਸੋ ਆਪਾਂ ਸਬ ਇੰਸਪੈਕਟਰ ਐਗਜ਼ਾਮ ਦੇ ਅੰਦਰ ਇਸ ਟੌਪਿਕ ਨੂੰ ਕਿਉਂ ਪੜ੍ਹ ਰਹੇ ਹਾਂ? ਕਿਉਂਕਿ ਜਦੋਂ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਜੌਬ ਦੇ ਵਿੱਚ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ ਸਬ ਇੰਸਪੈਕਟਰ ਸਿਲੈਕਟ ਹੋ ਗਏ, ਸੋ ਤੁਹਾਨੂੰ ਆਪਣੀ ਜੌਬ ਦੇ ਵਿੱਚ ਰਹਿ ਕੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਪੈਂਦਾ ਹੈ, ਡੀਲ ਕਰਨਾ ਪੈਂਦਾ ਹੈ। ਸੋ ਇਹ ਅਵੇਅਰਨੈਸ ਦਾ ਮਤਲਬ ਹੈ, ਇਹ ਟੌਪਿਕ ਪੜ੍ਹਾਉਣ ਦਾ ਇਹੀ ਮਤਲਬ ਹੈ ਕਿ ਤੁਸੀਂ ਆਪਣੇ ਅੰਦਰ ਇੰਨੀ ਪੇਸ਼ੈਂਸ ਲੈ ਕੇ ਆਉਣੀ ਹੈ, ਤੁਹਾਡੇ ਅੰਦਰ ਇੰਨੀ ਜ਼ਿਆਦਾ ਇੱਕ ਕੁਆਲਿਟੀ ਹੋਣੀ ਚਾਹੀਦੀ ਹੈ, ਟੈਲੈਂਟ ਹੋਣਾ ਚਾਹੀਦਾ ਕਿ ਚਾਹੇ ਤੁਹਾਡੇ ਕੋਲ ਕੋਈ ਗਰੀਬ ਆ ਜੇ, ਅਮੀਰ ਆ ਜੇ, ਕਿਸੇ ਵੀ ਜਾਤ ਦਾ, ਕਿਸੇ ਵੀ ਜਗ੍ਹਾ ਤੋਂ ਇਨਸਾਨ ਆ ਜੇ, ਤੁਸੀਂ ਉਹਦੀ ਪੂਰੀ ਸ਼ਿੱਦਤ ਦੇ ਨਾਲ, ਸਹੀ ਫੇਅਰ ਤਰੀਕੇ ਦੇ ਨਾਲ ਤੁਸੀਂ ਉਹਦੀ ਹੈਲਪ ਕਰਨੀ ਹੈ, ਉਹਦੇ ਲਈ ਆਪਣਾ ਜਿਹੜੀ ਡਿਊਟੀ ਹੈ ਉਹਨੂੰ ਪੂਰੀ ਤਰ੍ਹਾਂ ਨਿਭਾਉਣਾ। ਸੋ ਇਹੀ ਡਾਇਵਰਸਿਟੀ ਅਵੇਅਰਨੈਸ ਦਾ, ਜਾਗਰੂਕਤਾ ਦਾ ਇੱਕ ਟੌਪਿਕ ਹੈ। ਸੋ ਡਾਇਵਰਸਿਟੀ ਅਵੇਅਰਨੈਸ ਸਕਿੱਲ extend beyond mere tolerance to encompass exploration of such individual difference, respecting them, nurturing a healthy relationship, ਸਾਰਿਆਂ ਨਾਲ ਇੱਕ healthy relationship ਬਣਾ ਕੇ ਚੱਲੋ with the individual despite the differences. With the help of this skill, ਇਹ ਜਿਹੜੇ ਸਕਿੱਲ ਨੇ ਇਹਦੇ ਨਾਲ ਆਪਾਂ ਜਿੱਥੇ ਵੀ ਕੰਮ ਕਰ ਰਹੇ ਹਾਂ, ਫੋਰ ਐਗਜ਼ਾਮਪਲ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਹੋਵੋਗੇ ਤਾਂ ਉੱਥੇ ਤੁਸੀਂ ਇੱਕ ਹਾਰਮੋਨੀਅਸ, ਇੱਕ ਪੀਸਫੁਲ ਇਨਵਾਇਰਨਮੈਂਟ ਬਣਾ ਕੇ ਰੱਖੋਗੇ। ਜੇ ਤੁਹਾਡੇ ਅੰਦਰ ਹਰ ਤਰ੍ਹਾਂ ਦੇ ਲੋਕ ਨੂੰ, ਹਰ ਤਰ੍ਹਾਂ ਦੇ ਇਨਸਾਨ ਨੂੰ ਡੀਲ ਕਰਨ ਦੀ ਇੱਕ ਪੇਸ਼ੈਂਸ ਹੈ, ਇੱਕ ਟੈਲੈਂਟ ਹੈ, ਇੱਕ ਸਕਿੱਲ ਹੈ, ਤੁਹਾਨੂੰ ਡਾਇਵਰਸਿਟੀ ਦੀ ਅਵੇਅਰਨੈਸ ਹੈ ਕਿ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨਾਲ ਡੀਲ ਕਰਨਾ ਪਊ, ਤਾਂ ਤੁਸੀਂ ਉੱਥੇ ਜਿੱਥੇ ਕੰਮ ਕਰ ਰਹੇ ਹੋ, ਉਹ ਜਿਹੜੀ ਆਰਗੇਨਾਈਜੇਸ਼ਨ ਹੈ, ਉਹ ਜਗ੍ਹਾ ਹੈ, ਤੁਸੀਂ ਉੱਥੇ ਇੱਕ ਪੀਸਫੁਲ, ਇੱਕ ਸ਼ਾਂਤਮਈ ਇਨਵਾਇਰਨਮੈਂਟ ਬਣਾ ਕੇ ਰੱਖ ਸਕਦੇ ਹੋ where mutual respect and equity are intrinsic
protecting the workforce diversity that is deemed necessary by an organization that intends to compete globally. So ਜਿਹੜੀ ਵੀ organization ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੁੰਦੀ ਹੈ, ਪਹਿਲੀ ਚੀਜ਼ ਉਹਦੀ ਇਹੀ ਹੈ ਕਿ ਜਿਹੜੇ ਉਸ organization ਦੇ ਲੋਕ ਨੇ ਉਹ ਆਪਸ ਦੇ ਵਿੱਚ ਭਾਈਚਾਰੇ ਦੇ ਨਾਲ ਪਿਆਰ ਦੇ ਨਾਲ ਰਹਿਣ। ਸੋ ਜਿਹੜੀ ਡਾਇਵਰਸਿਟੀ ਤੇ ਐਥਿਕਸ ਇਹ ਦੋ ਚੀਜ਼ਾਂ ਨੇ, ਇਹ ਹਰ ਸੁਸਾਇਟੀ ਦਾ ਇੱਕ ਮੇਨ ਪਾਰਟ ਹੈ। Diversity ਕੀ ਹੈ? It is the way people differ in an organization which can affect task or relationship of employee. So ਆਪਾਂ ਨੇ ਇਹੀ ਚੀਜ਼ ਪੜ੍ਹ ਕੇ ਹਟਿਆ ਕਿ diversity ਜਦੋਂ ਕੋਈ ਅਲੱਗ ਹੁੰਦਾ ਹੈ ਉਹਦਾ ਮਤਲਬ ਕੀ ਹੈ ਕਿ ਆਪਾਂ ਜਦੋਂ ਆਪਣੇ ਵਿਚਾਰ, ਆਪਣੀ ਥਿੰਕਿੰਗ, ਆਪਣਾ ਰਿਲੀਜਨ, ਆਪਾਂ ਜਿਸ ਜਗ੍ਹਾ ਤੋਂ ਆ ਰਹੇ ਹਾਂ ਉਹ ਸਾਰੀਆਂ ਚੀਜ਼ਾਂ ਅਲੱਗ ਹੁੰਦੀਆਂ ਨੇ ਆਪਣੇ ਕੰਮ ਵਾਲੀ ਆਰਗੇਨਾਈਜੇਸ਼ਨ ਤੋਂ, ਤਾਂ ਕਈ ਵਾਰੀ ਆਪਾਂ ਨੂੰ ਮਿਕਸ ਅਪ ਹੋਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਬਾਕੀ ਲੋਕਾਂ ਨਾਲ। ਪਰ ਜੇ ਆਪਣੇ ਦਿਮਾਗ ਵਿੱਚ ਪਹਿਲਾਂ ਹੀ ਇੱਕ ਜਾਗਰੂਕਤਾ ਹੋ ਕਿ ਨਹੀਂ ਆਪਾਂ ਨੇ ਆਪਣਾ ਬੈਸਟ ਦੇਣਾ ਹੈ, ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਹੈ, ਚੰਗੀ ਤਰ੍ਹਾਂ ਕੰਮ ਕਰਨਾ ਹੈ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਲੜਾਈ ਤੋਂ, ਬਿਨਾਂ ਕਿਸੇ ਡਿਫਰੈਂਸਿਸ ਤੋਂ, ਤਾਂ ਇਹਦੇ ਨਾਲ ਕੀ ਹੈ ਕਿ ਜਿੱਥੇ ਆਪਾਂ ਕੰਮ ਕਰ ਰਹੇ ਹਾਂ ਉਹ ਆਰਗੇਨਾਈਜੇਸ਼ਨ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੀ ਹੈ। ਤੇ ਡਾਇਵਰਸਿਟੀ ਕੀ ਹੈ? ਪੀਪਲ ਦਾ ਡਿਫਰੈਂਸ, ਲੋਕਾਂ ਦਾ ਡਿਫਰੈਂਸ। ਪਰ ਐਥਿਕਸ ਕੀ ਹੈ? ਐਥਿਕਸ ਹੈ ਮੋਰਲ ਓਬਲੀਗੇਸ਼ਨ, ਕਿ ਆਪਣੇ ਕੁਝ ਮੋਰਲ ਰਾਈਟਸ ਬਣਦੇ ਨੇ, ਜਿਹੜੀਆਂ ਚੀਜ਼ਾਂ ਆਪਾਂ ਨੂੰ ਇਹ ਦੱਸਦੀਆਂ ਨੇ ਕਿ ਇਹ ਚੀਜ਼ ਸਹੀ ਹੈ, ਇਹ ਚੀਜ਼ ਗਲਤ ਹੈ। ਸਹੀ ਨੂੰ ਗਲਤ ਤੋਂ ਜਿਹੜਾ ਫਰਕ ਹੈ, ਉਹਨੂੰ ਜਿਹੜੀ ਚੀਜ਼ ਆਪਾਂ ਨੂੰ ਸਿਖਾਉਂਦੀ ਹੈ ਉਹਨੂੰ ਆਪਾਂ ਐਥਿਕਸ ਕਹਿੰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਸੜਕ ਤੇ ਕੋਈ ਬਜ਼ੁਰਗ ਜਾ ਰਿਹਾ, ਬਹੁਤ ਸਾਰੀ ਟ੍ਰੈਫਿਕ ਹੈ ਤੇ ਆਪਾਂ ਨੂੰ ਦਿਖ ਰਿਹਾ ਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਸੜਕ ਕ੍ਰਾਸ ਕਰਨ ਦੇ ਵਿੱਚ, ਤਾਂ ਇਹ ਆਪਣੀ ਕੋਈ ਲਾਅ, ਆਪਾਂ ਨੂੰ ਲਾਅ ਤਾਂ ਨਹੀਂ ਕਹਿੰਦਾ ਕਿ ਤੁਸੀਂ ਬਜ਼ੁਰਗ ਦੀ ਜਾ ਕੇ ਮਦਦ ਕਰੋ, ਪਰ ਜਿਹੜੇ ਆਪਣੇ ਐਥਿਕਸ ਨੇ, ਜਿਹੜੇ ਆਪਣੇ ਮੋਰਲ ਵੈਲਿਊਜ਼ ਨੇ, ਉਹ ਆਪਾਂ ਨੂੰ, ਜਿਹੜੇ ਆਪਣੇ ਸਿਧਾਂਤ ਨੇ, ਆਪਾਂ ਨੂੰ ਆਪਣੇ ਪੇਰੈਂਟਸ ਨੇ ਅਪਬ੍ਰਿੰਗਿੰਗ ਦਿੱਤੀ ਹੈ, ਉਹ ਆਪਾਂ ਨੂੰ ਇਹ ਦੱਸਦੀ ਹੈ ਕਿ ਤੁਸੀਂ ਜਾਓ, ਜਾ ਕੇ ਉਸ ਬਜ਼ੁਰਗ ਦੀ ਹੈਲਪ ਕਰੋ। ਸੋ ਇਹੀ ਸਭ ਕੁਝ ਤੁਸੀਂ ਜਦੋਂ ਇਸ ਜੌਬ ਦੇ ਵਿੱਚ ਜਾਣਾ ਹੈ, ਸਬ ਇੰਸਪੈਕਟਰ ਬਣਨਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਦਾ ਵੀ ਤੁਸੀਂ ਨਾਲ ਧਿਆਨ ਰੱਖਣਾ ਹੈ ਕਿ ਤੁਹਾਡੇ ਮੋਰਲ ਰਾਈਟਸ ਕੀ ਨੇ, ਤੁਸੀਂ ਆਪਣੀ ਮੋਰਲ ਡਿਊਟੀ ਮੰਨਣੀ ਹੈ, ਜਿਹੜੀ ਤੁਹਾਨੂੰ ਲਾਅ ਨੇ ਡਿਊਟੀ ਦਿੱਤੀ ਹੈ ਉਹ ਤਾਂ ਤੁਸੀਂ ਕਰਨੀ ਹੀ ਕਰਨੀ ਹੈ। ਨਾਲ ਤੁਸੀਂ ਸੁਸਾਇਟੀ ਨੂੰ ਕਿੰਨਾ ਕੰਟਰੀਬਿਊਟ ਕਰ ਸਕਦੇ ਹੋ, ਆਪਣਾ ਜੌਬ ਤੋਂ ਇਲਾਵਾ ਕਿੰਨਾ ਤੁਸੀਂ ਆਪਣਾ ਐਫਰਟ ਦੇ ਸਕਦੇ ਹੋ, ਸੋ ਉਹ ਚੀਜ਼ ਆਉਂਦੀ ਹੈ ਐਥਿਕਸ ਦੇ ਅੰਦਰ। ਸੋ ਜਿਹੜਾ ਆਪਣਾ ਡਾਇਵਰਸਿਟੀ ਅਵੇਅਰਨੈਸ ਹੈ, ਜਾਗਰੂਕਤਾ ਹੈ, ਇਹਨੂੰ ਆਪਾਂ ਆਪਣਾ ਇੱਕ ਹੁਨਰ ਕਿਵੇਂ ਬਣਾ ਸਕਦੇ ਹਾਂ, ਇਹਨੂੰ ਆਪਾਂ ਆਪਣਾ ਸਕਿੱਲ ਕਿਵੇਂ ਬਣਾ ਸਕਦੇ ਹਾਂ। ਸੋ ਪਹਿਲਾ ਹੈ ਫ੍ਰੀਕੁਐਂਟ ਕਮਿਊਨੀਕੇਸ਼ਨ, ਕਿ ਲੋਕਾਂ ਦੇ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਨਵੋਲਵ ਹੋਵੋ, ਕਮਿਊਨੀਕੇਟ ਕਰੋ। ਅਵੋਇਡ ਦ ਕਲਸਟਰਿੰਗ ਆਫ ਪੀਪਲ ਵਿਦ ਸਿਮਿਲਰ ਬੈਕਗਰਾਊਂਡ, ਤੁਸੀਂ ਸਿਰਫ ਇੱਕ ਤਰ੍ਹਾਂ ਦੇ ਲੋਕਾਂ ਦੇ ਵਿੱਚ ਹੀ ਨਾ ਰਹੋ, ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਬੈਕਗਰਾਊਂਡ ਦੇ ਲੋਕਾਂ ਦੇ ਨਾਲ ਮਿਕਸਅਪ ਹੋਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਕਲਚਰ ਬਾਰੇ, ਰਿਲੀਜਨ ਬਾਰੇ, ਕਸਟਮ ਬਾਰੇ ਤੁਸੀਂ ਜਾਣੋ, ਇੱਕ ਦੂਜੇ ਦੇ ਅੰਡਰਸਟੈਂਡ ਕਰੋ, ਕਲਚਰ ਨੂੰ ਰੈਕੋਗਨਾਈਜ਼ ਕਰੋ, ਇੱਕ ਦੂਜੇ ਦੇ ਕਲਚਰ ਨੂੰ ਪਹਿਚਾਣੋ, ਉਹਨੂੰ ਨੋਇੰਗ ਐਂਡ ਲਰਨਿੰਗ ਅਦਰਸ ਕਲਚਰ ਪ੍ਰੈਕਟਿਸਿਸ। ਸੋ ਜਿਵੇਂ ਜਿਵੇਂ ਉਹ ਆਪਣਾ ਰਿਲੀਜਨ ਫੋਲੋ ਕਰਦੇ ਨੇ, ਜਿਹੜੇ ਤਿਉਹਾਰ ਮਨਾਉਂਦੇ ਨੇ, ਨਾਲ ਦੇ ਆਪਣੇ ਜਿਹੜੇ ਤੁਹਾਡੇ ਇੰਪਲੋਈਜ਼ ਨੇ ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਗੱਲ ਕਰਕੇ ਤੁਸੀਂ ਇੱਕ ਪੋਜ਼ਿਟਿਵ ਇਨਵਾਇਰਨਮੈਂਟ ਕ੍ਰੀਏਟ ਕਰ ਸਕਦੇ ਹੋ। ਇੱਕ ਤੁਸੀਂ ਜਿਹੜੀ ਰਿਸਟ੍ਰਿਕਸ਼ਨਸ ਨੇ ਉਹਨੂੰ ਰਿਮੂਵ ਕਰਕੇ ਇੱਕ ਪੀਸਫੁਲ ਇਨਵਾਇਰਨਮੈਂਟ ਕ੍ਰੀਏਟ ਕਰ ਸਕਦੇ ਹੋ, ਇਹੋ ਜਿਹਾ ਇਨਵਾਇਰਨਮੈਂਟ ਜਿਹਦੇ ਵਿੱਚ ਕਿ ਹਰ ਕੋਈ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰੇ। ਸੋ ਇੱਕ ਦੂਜੇ ਦੇ ਜਿਹੜੇ ਡਿਫਰੈਂਸ ਆਫ ਓਪੀਨੀਅਨ ਹੈ ਕਿ ਕੋਈ ਕਿਸ ਮੁੱਦੇ ਦੇ ਉੱਤੇ ਕਿਉਂ ਅਲੱਗ ਸੋਚ ਰਿਹਾ ਹੈ, ਉਹਨੂੰ ਸੁਣੋ, ਸਮਝੋ, ਆਪਣੇ ਸੁਜੈਸ਼ਨ ਦਿਓ, ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ ਘਰਾਂ ਦੇ ਵਿੱਚ ਕਿ ਕਿਵੇਂ ਆਪਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਨਾਲ ਹਮੇਸ਼ਾ ਸੇਮ ਬਿਹੇਵ ਕਰਨਾ ਹੈ। ਆਪਾਂ ਨੇ ਕਿਸੇ ਨੂੰ ਜਾਤ ਪਾਤ ਦੇ ਬੇਸਿਸ ਦੇ ਉੱਤੇ, ਕਿਸੇ ਨੂੰ ਰੇਸ, ਕ੍ਰੀਡ, ਕਲਰ, ਜੈਂਡਰ ਦੇ ਬੇਸ ਦੇ ਉੱਤੇ, ਕਿਸੇ ਦੀ ਫਿਜ਼ੀਕਲ ਡਿਸੇਬਿਲਿਟੀ ਦੇ ਬੇਸ ਦੇ ਉੱਤੇ ਆਪਾਂ ਨੇ ਕਦੇ ਵੀ ਡਿਸਕ੍ਰਿਮੀਨੇਟ ਨਹੀਂ ਕਰਨਾ, ਭੇਦਭਾਵ ਨਹੀਂ ਕਰਨਾ। ਸੋ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਦਾ ਇੱਕ ਤਰ੍ਹਾਂ ਦੇ ਨਾਲ ਥਿਓਰੈਟੀਕਲ ਕੁਐਸਚਨ ਆ ਸਕਦਾ ਹੈ ਕਿ ਫਰੋਮ ਦ ਫੋਲੋਇੰਗ ਆਪਸ਼ਨਸ which option is the right one to show that you can improve your diversity awareness as a skill। ਸੋ ਉਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਆਪਸ਼ਨਸ ਹੋ ਸਕਦੇ ਨੇ ਕਿ ਰਿਸਟ੍ਰਿਕਟਿਵ ਕਮਿਊਨੀਕੇਸ਼ਨ ਆ ਸਕਦਾ ਹੈ, ਜਿਵੇਂ ਉਰੇ ਫ੍ਰੀਕੁਐਂਟ ਕਮਿਊਨੀਕੇਸ਼ਨ, ਇਹਦਾ ਓਪੋਜ਼ਿਟ ਆ ਸਕਦਾ ਹੈ, ਤੇ ਆ ਸਕਦਾ ਹੈ ਅਵੋਇਡ ਦ ਕਲਸਟਰਿੰਗ ਆਫ ਪੀਪਲ ਵਿਦ ਡਿਫਰੈਂਟ ਬੈਕਗਰਾਊਂਡ, ਇਹ ਆ ਸਕਦਾ ਹੈ। ਸੋ ਇਸ ਤਰ੍ਹਾਂ ਨਾਲ ਇਹੀ ਆਪਸ਼ਨਸ ਨੂੰ ਉਲਟਾ ਬਣਾ ਕੇ ਆ ਸਕਦਾ ਹੈ। ਸੋ ਤੁਸੀਂ ਇਹ ਸਾਰੇ ਪੁਆਇੰਟ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਬਿਠਾ ਲੈਣੇ ਆ। ਨੈਕਸਟ ਆਪਣਾ ਟੌਪਿਕ ਆਉਂਦਾ ਹੈ ਐਥਿਕਸ ਦਾ। ਐਥਿਕਸ ਕੀ ਹੈ? ਇਹ ਆਪਣੇ ਕੁਝ ਸਿਧਾਂਤ ਨੇ, ਮੋਰਲ ਓਬਲੀਗੇਸ਼ਨ ਨੇ, ਡਿਊਟੀਜ਼ ਬਣਦੀਆਂ ਨੇ,
ਜਿਹੜੀ ਆਪਾਂ ਨੂੰ ਲਾਅ ਨਹੀਂ ਕਹਿੰਦਾ, ਆਪਾਂ ਆਪਣੀ ਜਿਹੜੀ ਪਰਵਰਿਸ਼ ਹੈ, ਆਪਣੀ ਖੁਦ ਦੀ ਨੌਲੇਜ ਹੈ, ਆਪਣੇ ਅੰਦਰ ਦੀ ਇੰਟਿਊਸ਼ਨ, ਜਿਹੜੀ ਆਪਣੀ ਅੰਦਰ ਦੀ ਆਵਾਜ਼ ਹੁੰਦੀ ਹੈ, ਉਹਨੂੰ ਸੁਣ ਕੇ ਆਪਾਂ ਦਿਲ ਤੋਂ ਜਦੋਂ ਕਿਸੇ ਦੀ ਕੋਈ ਹੈਲਪ ਕਰੀਏ, ਕਿਸੇ ਨਾਲ ਕੋਈ ਬਿਹੇਵ ਕਰੀਏ, ਉਹਨੂੰ ਆਪਾਂ ਐਥਿਕਸ ਕਹਿੰਦੇ ਹਾਂ। ਸੋ ਜਿਹੜੀ ਇੰਡੀਆ ਦੀ ਸੁਸਾਇਟੀ ਹੈ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ, ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਏ ਨੇ, ਪਰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ, ਲੋਕਾਂ ਦੇ ਵਿੱਚ ਐਥਿਕਸ ਦੀ ਕਮੀ ਪਾਈ ਜਾ ਰਹੀ ਹੈ। ਸੋ ਕਿਹੜੀਆਂ ਚੀਜ਼ਾਂ ਨੇ ਜਿੱਥੇ ਜਿੱਥੇ ਐਥਿਕਸ ਦੀ ਕਮੀ ਪਾਈ ਜਾ ਰਹੀ ਹੈ? ਪਹਿਲਾ ਹੈ ਰਿਗਾਰਡਿੰਗ ਵਿਮਨ। ਲੋਕਾਂ ਦਾ ਜਿਹੜਾ ਇੱਕ ਸੋਚ ਹੈ, ਇੱਕ ਥਿੰਕਿੰਗ ਹੈ ਔਰਤਾਂ ਨੂੰ ਲੈ ਕੇ, ਉਹ ਹਜੇ ਵੀ, ਚਾਹੇ ਇੰਨੀ ਮਾਡਰਨ ਸੁਸਾਇਟੀ ਹੋ ਗਈ ਹੈ ਅੱਜ ਕੱਲ੍ਹ, ਵਿਮਨ ਐਂਡ ਮੈਨ ਦੇ ਵਿੱਚ ਕੋਈ ਫਰਕ ਨਹੀਂ ਹੈ, ਬਟ ਹਜੇ ਵੀ ਜੈਂਡਰ ਇਨਇਕੁਐਲਿਟੀ ਦੇਖੀ ਜਾਂਦੀ ਹੈ, ਮੇਲ ਡੋਮੀਨੈਂਸ ਦੇਖੀ ਜਾਂਦੀ ਹੈ, ਫੀਮੇਲ ਫਿਟੀਸਾਈਡ ਹੈ, ਆਨਰ ਕਿਲਿੰਗ ਤਾਂ ਬਹੁਤ ਹੀ ਜ਼ਿਆਦਾ ਕਾਮਨ ਹੋ ਚੁੱਕੀ ਹੈ। ਸੋ ਇਹ ਸਾਰੇ ਮੇਨ ਐਥੀਕਲ ਇਸ਼ੂਜ਼ ਨੇ ਰਿਲੇਟਿਡ ਟੂ ਵਿਮਨ। ਸੋ ਜਦੋਂ ਵੀ ਤੁਸੀਂ ਸਬ ਇੰਸਪੈਕਟਰ ਦੀ ਪੋਸਟ ਜੁਆਇਨ ਕਰਦੇ ਹੋ ਤਾਂ ਤੁਹਾਡੀ ਇਹ ਡਿਊਟੀ ਬਣਦੀ ਹੈ ਕਿ ਜਿੰਨੇ ਵੀ ਐਥੀਕਲ ਇਸ਼ੂਜ਼ ਨੇ, ਇਹਨਾਂ ਨੂੰ ਤੁਸੀਂ ਆਪਣੀ ਡਿਊਟੀ ਦੇ ਵਿੱਚ ਰਹਿ ਕੇ ਵੀ ਤੇ ਸੋਸ਼ਲੀ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਸੁਸਾਇਟੀ ਦੇ ਲਈ, ਤਾਂ ਇਹ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਇਸੇ ਲਈ ਇਹ ਸਬਜੈਕਟ, ਇਹ ਟੌਪਿਕ ਤੁਹਾਨੂੰ ਪੜ੍ਹਾਇਆ ਜਾ ਰਿਹਾ। ਨੈਕਸਟ ਹੈ ਪੋਵਰਟੀ ਐਥੀਕਲ ਇਸ਼ੂ। ਲੋਕ ਇੱਕ ਦੂਜੇ ਨੂੰ ਗਰੀਬੀ ਦੇ ਆਧਾਰ ਤੇ ਬਹੁਤ ਹੀ ਜ਼ਿਆਦਾ ਐਕਸਪਲੋਇਟ ਕਰਦੇ ਨੇ। ਲੋਕਾਂ ਦੇ ਅੰਦਰ ਸੁਸਾਇਟੀ ਇਨਟੋਲਰੈਂਸ ਹੈ, ਇੱਕ ਦੂਜੇ ਨੂੰ ਲੋਕ ਟੋਲਰੇਟ ਨਹੀਂ ਕਰਦੇ, ਤੇ ਜਿਹੜੇ ਗਰੀਬ ਨੇ, ਕਈ ਗਰੀਬ ਫਸ ਜਾਂਦੇ ਨੇ, ਇੰਨਾ ਜ਼ਿਆਦਾ ਇੰਟਰਸਟ ਰੇਟ ਹੈ, ਵਿਆਜ ਦੇ ਉੱਤੇ ਕਰਜ਼ਾ ਲੈਂਦੇ ਨੇ, ਤੇ ਪੀੜ੍ਹੀ ਦਰ ਪੀੜ੍ਹੀ ਉਹ ਇਨਡੈਟਨੈਸ ਦੇ ਵਿੱਚ ਹੀ ਫਸੇ ਰਹਿੰਦੇ ਨੇ। ਕਾਸਟਿਜ਼ਮ, ਜਿਹੜੇ ਲੋਅਰ ਕਾਸਟ ਦੇ ਲੋਕ ਨੇ, ਜਿਵੇਂ ਕੋਈ ਡਿਪਰੈਸਡ ਕਲਾਸਿਸ ਹੈ ਜਾਂ ਬੈਕਵਰਡ ਕਲਾਸਿਸ ਹੈ, ਮੋਸਟਲੀ ਉਹੀ ਲੋਕ ਨੇ ਜਿਹੜੇ ਕਿ ਰਾਈਟਸ, ਜਦੋਂ ਵੀ ਦੰਗੇ ਵਗੈਰਾ ਹੁੰਦੇ ਨੇ, ਉਹਨਾਂ ਦਾ ਸ਼ਿਕਾਰ ਬਣਦੇ ਨੇ। ਸੁਸਾਇਟੀ ਉਹਨਾਂ ਨੂੰ ਆਪਣੇ ਤੋਂ ਹਮੇਸ਼ਾ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਕਈ ਜਗ੍ਹਾ ਤੇ ਤਾਂ ਟੈਂਪਲਸ, ਮੰਦਿਰਾਂ ਦੇ ਵਿੱਚ ਉਹਨਾਂ ਨੂੰ ਐਕਸੈਸ ਵੀ ਨਹੀਂ ਹੈਗਾ। ਸੋ ਇਸ ਤਰ੍ਹਾਂ ਦੇ ਐਥੀਕਲ ਪ੍ਰੋਬਲਮਸ ਨੂੰ ਆਪਾਂ ਨੂੰ ਦੂਰ ਕਰਨ ਦੀ ਲੋੜ ਹੈ। ਫਿਰ ਰਿਲੀਜਨ ਨਾਲ ਰਿਲੇਟਿਡ ਸੇਮ, ਕਿ ਕਿਸੇ ਨੂੰ ਰਿਲੀਜਨ ਦੇ ਬੇਸਿਸ ਤੇ ਭੇਦਭਾਵ ਨਾ ਕਰੋ, ਕੋਈ ਛੋਟਾ ਵੱਡਾ ਕੁਝ ਨਹੀਂ ਹੁੰਦਾ। ਤੁਸੀਂ ਇਨਸਾਨ ਨੂੰ ਉਹਦੇ ਟੈਲੈਂਟ, ਉਹਦੀ ਕੈਪੇਬਿਲਿਟੀ, ਉਹਦੀ ਨੌਲੇਜ, ਪੜ੍ਹਾਈ ਦੇ ਬੇਸਿਸ ਦੇ ਉੱਤੇ ਜੱਜ ਕਰੋ, ਨਾ ਕਿ ਉਹਨੂੰ ਕਿਸੇ ਦੇ ਰਿਲੀਜਨ ਦੇ ਬੇਸਿਸ ਦੇ ਉੱਤੇ ਜੱਜ ਕਰੋ। ਉਸ ਤੋਂ ਬਾਅਦ ਕਿਸੇ ਦੇ ਕੋਲ ਕਿੰਨਾ ਪੈਸਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕਿਸੇ ਦੇ ਕੋਲ ਪਾਵਰ ਕਿੰਨੀ ਹੈ, ਇਹ ਸਾਰੇ ਇਸ਼ੂਜ਼ ਨੂੰ ਦੂਰ ਕਰੋ, ਦਿਮਾਗ ਚੋਂ ਕੱਢੋ। ਹਰ ਕਿਸੇ ਦੇ ਨਾਲ ਇੱਕ ਪਿਆਰ ਦੇ ਨਾਲ ਰਹੋ, ਜੈਲਸੀ ਨੂੰ ਖਤਮ ਕਰੋ। ਸੋ ਇਹ ਸਾਰੀਆਂ ਚੀਜ਼ਾਂ ਨੇ, ਇਹ ਐਥੀਕਲ ਇਸ਼ੂਜ਼ ਨੇ। Ethical degradation of society has taken place over the year. ਸੋ ਕਹਿੰਦੇ ਜਿਹੜੀ ਇਹ ethical degradation ਹੈ, ethics ਦੇ ਵਾਈਜ਼ ਜਿਹੜੀ ਸੁਸਾਇਟੀ ਹੈ ਉਹ ਨੀਚੇ ਜਾਈ ਜਾ ਰਹੀ ਹੈ, ਇਹਦਾ ਮੇਨ ਕਾਰਨ ਕੀ ਹੈ? ਸੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਲੈਕ ਆਫ ਜਸਟਿਸ, ਇਨਸਾਫ ਨਹੀਂ ਮਿਲ ਰਿਹਾ ਲੋਕਾਂ ਨੂੰ। ਜਦ ਲੋਕਾਂ ਨੂੰ ਜੁਡੀਸ਼ਰੀ ਕੋਰਟਸ ਦੇ ਵਿੱਚ ਜਾ ਕੇ ਇੰਨਾ ਡੀਲੇ ਹੋਣਾ ਪੈਂਦਾ, ਉਹਨਾਂ ਨੂੰ ਇੰਨਾ ਜ਼ਿਆਦਾ ਤਰੀਕਾਂ ਮਿਲਦੀਆਂ ਰਹਿੰਦੀਆਂ ਨੇ ਅੱਗੇ ਦੀ ਅੱਗੇ, ਤਾਂ ਇਹਦੇ ਨਾਲ ਕੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹ ਕਈ ਵਾਰੀ ਆਪਣਾ ਕੇਸ ਛੱਡ ਹੀ ਦਿੰਦੇ ਨੇ। ਸੋ ਇਸੇ ਲਈ ਉਹਨਾਂ ਨੂੰ ਇਨਜਸਟਿਸ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਉਹ ਸਹੀ ਨੇ, ਉਹਨਾਂ ਨੂੰ ਇਨਸਾਫ ਮਿਲ ਸਕਦਾ ਹੈ, ਪਰ ਡਿਲੇਜ਼ ਦੀ ਕਰਕੇ, ਕਿਉਂਕਿ ਉਹ ਰੋਜ਼-ਰੋਜ਼ ਆਪਣੀ ਦਿਹਾੜੀ ਮਜ਼ਦੂਰੀ ਛੱਡ ਕੇ ਕੋਰਟ ਵਿਜ਼ਿਟਸ ਨਹੀਂ ਕਰ ਸਕਦੇ, ਕੋਰਟ ਦੀ ਹੀਅਰਿੰਗ ਨਹੀਂ ਕਰ ਸਕਦੇ। ਸੋ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸੁਸਾਇਟੀ ਦੇ ਵਿੱਚ ਐਥੀਕਲ ਡੀਗ੍ਰੇਡੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਵੀ ਇਹਨਾਂ ਨੂੰ ਕਈ ਵਾਰੀ ਹਰਾਸ ਕਰਦੀ ਹੈ, ਇਹਨਾਂ ਦੀ ਸੁਣਵਾਈ ਨਹੀਂ ਹੁੰਦੀ। ਤੇ ਵਿਸਲ ਬਲੋਅਰਸ ਨੇ, ਜਿਹੜੇ ਵਿਸਲ ਬਲੋਅਰਸ ਹੁੰਦੇ ਆ ਕਿ ਜਿਹੜੇ ਲੋਕਾਂ ਦੀ ਹੈਲਪ ਦੇ ਲਈ ਪਹਿਲਾਂ ਆਵਾਜ਼ ਉਠਾਉਂਦੇ ਨੇ, ਉਹ ਲੋਕ ਇਹਨਾਂ ਦੀ ਪ੍ਰੋਟੈਕਸ਼ਨ ਨਹੀਂ ਕਰਦੇ। ਸੋ ਜਿਹੜੀ ਲੈਵਲ ਹੈ ਵਲਨਰੇਬਲ ਸੈਕਸ਼ਨਸ ਦਾ, ਅੱਗੇ ਆਪਾਂ ਅਲੱਗ ਤੋਂ ਪੜਾਂਗੇ ਕਿ ਵਲਨਰੇਬਲ ਸੈਕਸ਼ਨ ਕਿਹੜੇ ਨੇ। ਸੋ ਜਿਹੜੇ ਇਸ ਸੈਕਸ਼ਨ ਦੇ ਲੋਕ ਨੇ, ਜਿਹੜੀ ਇਹਨਾਂ ਦੀ ਪ੍ਰੋਟੈਕਸ਼ਨ ਹੈ ਉਹ ਕੁਐਸਚਨ ਦੇ ਵਿੱਚ ਹੈ। ਉਹ ਬਿਲਕੁਲ ਵੀ ਆਪਣੀ ਜਿਹੜੀ ਸੁਸਾਇਟੀ ਹੈ ਉਹ ਸ਼ੋਰਿਟੀ ਨਹੀਂ ਦਿੰਦੀ, ਉਹ ਗਰੰਟੀ ਨਹੀਂ ਦਿੰਦੀ। ਸਿਰਫ ਪੈਸੇ ਵਾਲੇ ਲੋਕਾਂ ਦੀ ਹੀ ਅੱਜ ਕੱਲ੍ਹ ਜ਼ਿਆਦਾ ਸੁਣਵਾਈ ਹੋ ਰਹੀ ਹੈ। ਸੋ ਜਦੋਂ ਆਪਾਂ ਨੇ ਜੌਬ ਦੇ ਵਿੱਚ ਆਉਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਦੂਰ ਕਰਨਾ ਹੈ। ਆਪਣੇ ਕੋਲ ਕੋਈ ਵੀ ਗਰੀਬ ਆ ਜੇ, ਅਮੀਰ ਆ ਜੇ, ਹਰ ਕਿਸੇ ਦੀ ਆਪਾਂ ਨੇ ਬਰਾਬਰ ਇਕੁਅਲ ਸੇਵਾ ਕਰਨੀ ਹੈ। In order to reaffirm people's faith in justice and to encourage them to act on their natural instinct to be fair. So ਲੋਕਾਂ ਨੂੰ ਕਹਿੰਦੇ ਕਿ ਤੁਸੀਂ ਇਹ ਜੀ ਗੁੱਡ ਐਗਜ਼ਾਮਪਲ ਸੈੱਟ ਕਰੋ ਕਿ ਲੋਕਾਂ ਦਾ ਦੁਬਾਰਾ ਤੋਂ ਇਨਸਾਫ ਦੇ ਵਿੱਚ ਫੇਥ ਆ ਜਾਵੇ, ਰੀਅਫਰਮ ਹੋ ਜਾਵੇ ਉਹਨਾਂ ਦਾ ਵਿਸ਼ਵਾਸ ਕਿ ਹਜੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਕਿ ਇਨਸਾਫ ਕਰਦੇ ਨੇ, ਜਿਹੜੇ ਬਿਨਾਂ ਪੈਸਾ ਦੇਖ ਕੇ, ਬਿਨਾਂ ਗਰੀਬ ਅਮੀਰ ਦੇਖ ਕੇ ਹੈਲਪ ਕਰਦੇ ਨੇ। ਸੋ ਤੁਸੀਂ ਇਸ ਤਰ੍ਹਾਂ ਦੇ ਐਥੀਕਲ ਵੈਲਿਊਜ਼, ਜਿਹੜੇ ਨੈਤਿਕਤਾ, ਐਥੀਕਲ ਹੈ ਨੈਤਿਕਤਾ, ਸੋ ਤੁਸੀਂ ਇਸ ਤਰ੍ਹਾਂ ਦੀ ਜਿਹੜੀ
एथिकल कंडक्ट है, इन्ना वधिया अपनी तुसी पर्सनैलिटी रखो, अपने एथिक्स अपनी मॉरल वैल्यूज नू इन्ना अपग्रेड करके अपनी ड्यूटी दे नाल चलो कि लोग तुहानू एक एग्जाम्पल की तरह देखण। सो ये है मेन एथिकल डिग्रेडेशन ते एथिकल इशू का पूरा कंसैप्ट। So before moving further, I just want to share something very important with you guys. So Race Academy Official ਦਾ ਇੱਕ ਐਪ ਹੈ, ਇਸ ਐਪ ਨੂੰ ਤੁਸੀਂ ਪਲੇ ਸਟੋਰ ਤੋਂ ਇੰਸਟਾਲ ਕਰ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਤੇ ਇਸ ਐਪ ਦੇ ਵਿੱਚ ਤੁਹਾਨੂੰ ਵੈਰਾਈਟੀ ਆਫ ਕੋਰਸਿਸ ਮਿਲਣਗੇ ਤੇ ਜਿਹੜੇ ਕੋਰਸਿਸ ਨੇ ਇਹ ਸਪੈਸੀਫਿਕ ਐਗਜ਼ਾਮਸ ਰਿਲੇਟਡ ਨੇ, ਜਿਵੇਂ ਤੁਸੀਂ ਕੋਆਪਰੇਟਿਵ ਬੈਂਕ ਦੀ ਵਿੱਚ ਤਿਆਰੀ ਕਰ ਰਹੇ ਹੋ ਜਾਂ ਫਿਰ ਐਕਸਾਈਜ਼ ਟੈਕਸੇਸ਼ਨ ਜਿਹੜਾ SSSB ਬੋਰਡ ਕੰਡਕਟ ਕਰਵਾਉਣ ਜਾ ਰਿਹਾ ਹੈ। ਸੋ ਜੇ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੇ ਇੰਡੀਵਿਜੂਅਲ एग्जाम की तैयारी कर रहे हो या फिर तुसी जनरली पंजाब स्टेट के जिन्ने भी एग्जाम ने उन्हां दी तैयारी कर रहे हो तो तुसी इहदे विचों 6 मंथ करंट अफेयर बाय कर सकते हो, इन्हां दा एक मंथली मैगजीन आउंदा है उहनूं बाय कर सकते हो। ते होर एक इंपॉर्टेंट चीज़ है कि जेड़े ये कंपाइलेशन ने, ये मैगजीन है, ये करंट अफेयर है, ये जिन्ने भी मेजर सोर्सिस ने, चाहे वो सारे न्यूज़पेपर ने, द हिंदू हो गया, द इंडियन एक्सप्रैस, इकनॉमिक टाइम, इन्हां सारियां दे विचों ही इंपॉर्टेंट रिसर्च करन तो बाद कंपाइल करके ये मैगजीन तैयार किए जाते हैं। सो बहुत ही ज़्यादा रिलायबल डेटा दिता जाता है तो जो रेट है वो भी तुसी देख सकते हो कि कितना रीजनेबल है। तो नाल ही इस टाइम डिस्काउंट भी चल रहा है, बहुत सारे कोर्सिस ते 30% 60% तक का भी ऑफ चल रहा है। सो तुसी इस अपॉर्चुनिटी नू ग्रैब करो, कोर्सिस नू बाय करो, विजिट करो ते नाल ही जिहड़ा रेस अकैडमी ऑफिशियल दा साडा एक यूट्यूब चैनल है, तुसी ओनू भी वध तो वध सबसक्राइब करो, शेयर करो। ते मैं रेस अकैडमी ऑफिशियल दे विच स्पैसीफिकली इकनॉमिक्स टैक्सेशन का सबजैक्ट पढ़ानी आ, सो तुसी उस कोर्स नू बाय कर सकते हो। ते नाल ही डेली पंजाबी दे विच सवेरे मैं करंट अफेयर करवा रही हाँ, सो तुसी इस यूट्यूब प्लेटफॉर्म नू भी सबसक्राइब करो ते ज़्यादा तो ज़्यादा शेयर एंड सपोर्ट करो। सो हुण अपना अज दा लास्ट टॉपिक है इस लेक्चर दे अंदर, वल्नरेबल सैक्शंस ऑफ सोसाइटी। वल्नरेबल इस वर्ड का मतलब है कि वो लोग जेड़े कि कमजोर ने। वल्नरेबल मीन्स कमजोर, वो वर्ग दे लोग जेड़े कि रिस्क ते ने, मतलब उन्होंने कोई प्रॉपर प्रोटेक्शन नहीं है, वो सोसाइटी अपने आप नू थोड़ा जिहा बाकियां नालों एक लोअर लैवल ते देखते हैं, या फिर आप ये कह सकते हैं कि वो लोग पूरे केपेबल ने, बस अपनी सोसाइटी ने उन्होंने वल्नरेबल कमजोर की कैटेगरी दे विच पाता है। तो इनू आप वीकर सैक्शंस ऑफ सोसाइटी भी कहने, वल्नरेबल सैक्शंस ऑफ सोसाइटी भी कहने। सो जदों भी आप सब इंस्पैक्टर की जॉब ज्वाइन करनी है तो अपनी ड्यूटी बनती है कि आप जिहड़े वीकर सैक्शंस ऑफ सोसाइटी ने इन्हां नू अपलिफ्ट करिए। सो कहते जिहड़े ह्यूमन राइट्स ने, मनुखी अधिकार ने, ये सारिਆਂ ਲਈ बराबर ने। ह्यूमन राइट अपलाइज यूनिवर्सली टू ऑल, पर ਜਿਹੜਾ ਕਹਿੰਦੇ ਵਲਨਰੇਬਲ ਗਰੁੱਪਸ ਨੇ ਉਹਨਾਂ ਦੇ ਵਿੱਚ ਹੈਲਥ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮਸ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਇੰਜੋਇਮੈਂਟ ਨਹੀਂ ਮਿਲਦਾ ਇਹ ਰਾਈਟਸ ਦਾ। ਤੇ ਨਾਲ ਹੀ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੈ, ਕੋਈ ਪੋਲੀਟੀਕਲ ਰਾਈਟ ਹੈ, ਸੋਸ਼ਲ ਰਾਈਟ ਹੈ, ਇਕਨੋਮਿਕ ਰਾਈਟ ਹੈ, ਹਰ ਤਰ੍ਹਾਂ ਦੇ ਰਾਈਟ ਤੋਂ ਇਹਨਾਂ ਨੂੰ ਜ਼ਿਆਦਾਤਰ ਵਾਂਝਾ ਰੱਖਿਆ ਜਾਂਦਾ ਹੈ। ਸੋ ਜਿਹੜੀ ਵਲਨਰੇਬਿਲਿਟੀ ਹੈ, ਜੇ ਆਪਾਂ ਹੈਲਥ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਹੈ ਕਿ ਜਦੋਂ ਕਿਸੇ ਨੂੰ इंडिविजुअल है, चाहे कोई या ग्रुप है, उन्होंने प्रॉपर राइट्स ना दिते जान या उहदे राइट्स ने जेड़े वो कोई वायलेट करे। जिवें आपां ने देखिया कि जदों आपां किसी हॉस्पिटल जाने हैं, प्राइवेट हॉस्पिटल्स दे विच एक गरीब इंसान है जिहड़ा वो इलाज करवा ही नहीं सकता, ते सिविल हॉस्पिटल्स दा मोस्टली जिहड़ा हाल है बहुत बुरा हुंदा है। सो एक गरीब इंसान की करे? सो उरे वही क्वेश्चन उठदा है कि गरीबां दे लई भी स्पैशली प्राइवेट हॉस्पिटल्स नूं सोचना चाहिए, कुछ अलॉटमेंट्स करनियां चाहिए ने, कुछ स्कीम्स प्रोवाइड करवाउणियां चाहिए ने। सो ये ने वल्नरेबल सैक्शन ऑफ सोसाइटी ने कुछ प्रॉब्लम कि उन्हां नूं ह्यूमन राइट्स ने जिहड़े बेसिक मनुखी अधिकार ओही नहीं दिते जांदे, ते यही कारण है कि ओह वीक दे वीक ही रह जांदे ने, उन्हां नूं अपग्रेडेशन अपलिफ्टमेंट नहीं मिलती। सो कुछ ग्रुप्स ने सोसाइटी दे जिन्हां नूं ऑफन मतलब कि काफ़ी बारी इन्हां नूं ज़्यादातर डिस्क्रिमिनेशन सहनी पैंदी है, भेदभाव सहना पैंदा है, ते नाल ही इन्हां दे उत्ते कहंदे आपां नूं एक स्पैशल अटैंशन, स्पैशल ध्यान देना चाहिए कि जिहड़ी इन्हां दी एक्सप्लॉयटेशन हो रही है, इन्हां नूं कोई खराब कर रहा है, इन्हां नूं कोई तंग कर रहा है, उस चीज़ नूं आपां दूर कर सकीए। ते यही पॉपूलेशन नूं आपां वल्नरेबल ग्रुप कहने आ। सो वल्नरेबल ग्रुप कौन ने? जिन्हां नूं
कोई भेदभाव का सामना करना पवे ते जिन्हां दी सोसाइटी दे विच एक्सप्लॉयटेशन कीती जावे। सो जिहड़े वल्नरेबल ग्रुप्स ने ਉਹ ਮੇਨ कुछ ਆਪਾਂ ਉਰੇ 5 ਹੈਡਿੰਗਸ ਦੇ ਅੰਦਰ ਪੜਾਂਗੇ ਕਿ ਕਿਹੜੇ-ਕਿਹੜੇ ਸੋਸਾਇਟੀ ਦੇ ਵਿੱਚ ਜਨਰਲ ਵਲਨਰੇਬਲ ਗਰੁੱਪਸ ਕਹੇ ਜਾਂਦੇ ਨੇ। ਸੋ ਪਹਿਲੀ ਆਉਂਦੀਆਂ ਨੇ ਵਿਮਨ, ਫਿਰ ਆਉਂਦੇ ਨੇ ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ ਦੇ ਲੋਕ, ਚਿਲਡਰਨ, ਏਜਡ, ओल्ड एज पीपल, डिसेबल्ड, फिजिकली हैंडीकैप्ड वगैरह, पुअर माइग्रेंट्स ਜਿਹੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਨ੍ਹਾਂ ਨੂੰ ਮਾਈਗ੍ਰੇਟ ਹੋਣਾ ਪੈਂਦਾ ਹੈ, people living with HIV AIDS, sexual minority ਜਿਹੜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਲੋਕ ਰਹਿ ਰਹੇ ਨੇ ਉਹਨਾਂ ਨੂੰ ਵੀ ਬਹੁਤ ਹੀ ਜ਼ਿਆਦਾ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ। ਲੋਕ ਉਹਨਾਂ ਨੂੰ ਬਹੁਤ ਬੁਰੀ ਨਜ਼ਰ ਦੇ ਨਾਲ ਦੇਖਦੇ ਨੇ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਸੋ ਜਿਹੜੇ ਇਹ ਲੋਕ ਨੇ ਇਸ ਕੈਟੇਗਰੀ ਦੇ ਇਹਨਾਂ ਨੂੰ ਬਹੁਤ ਸਾਰੇ ਬੈਰੀਅਰਸ, ਬਹੁਤ ਸਾਰੀਆਂ ਇਹਨਾਂ ਨੂੰ ਚੀਜ਼ਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫॉर एग्जांपल ਜਿਵੇਂ ਆਪਣੀ ਪੈਟਰੀਆਰਕਲ ਸੁਸਾਇਟੀ ਹੈ ਉੱਥੇ ਕੀ ਹੁੰਦਾ ਹੈ ਜੇ ਕੋਈ ਡਿਸੇਬਲਡ ਵਿਮਨ ਹੈ ਜਿੱਥੇ ਜ਼ਿਆਦਾ ਮੇਲ ਡੋਮੀਨੈਂਸ ਹੋਵੇ ਉਸ ਸੁਸਾਇਟੀ ਦੇ ਵਿੱਚ ਜਿਵੇਂ ਕੋਈ ਵਿਮਨ ਹੈ ਉਹਨੂੰ ਕੋਈ ਡਿਸੇਬਿਲਿਟੀ ਉਹਨੂੰ ਫਿਜ਼ੀਕਲੀ ਕੋਈ ਇਨਕੈਪੇਬਿਲਿਟੀ ਉਹਦੀ ਤਾਂ ਉਹਨੂੰ ਦੋ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਸਹਿਣੀ ਪੈਂਦੀ ਹੈ। ਇੱਕ ਤਾਂ ਉਹਨੂੰ ਔਰਤ ਹੋਣ ਦੀ ਬਾਰ-ਬਾਰ ਤਾਨੇ ਦਿੱਤੇ ਜਾਂਦੇ ਨੇ, ਦੂਜੇ ਨੰਬਰ ਤੇ ਉਹਨੂੰ ਡਿਸੇਬਲ ਹੋਣ ਤੇ। ਸੋ ਇਹ ਮੇਨ ਚੀਜ਼ਾਂ ਨੇ ਜਿਹੜੀ ਆਪਾਂ ਵਲਨਰੇਬਲ ਕੈਟੇਗਰੀ ਦੇ ਵਿੱਚ ਦੇਖਦੇ ਹਾਂ। ਸੋ ਹੁਣ ਆਪਾਂ 1 ਬਾय 1 ਸਾਰੀ ਕੈਟੇਗਰੀਜ਼ ਪੜਾਂਗੇ। ਸੋ ਆਪਣੀ ਪਹਿਲੀ ਕੈਟੇਗਰੀ ਆਉਂਦੀ ਹੈ ਵਲਨਰੇਬਲ ਗਰੁੱਪ ਫੇਸਿੰਗ ਸਟਰਕਚਰਲ ਡਿਸਕ੍ਰਿਮੀਨੇਸ਼ਨ। ਸੋ ਜਿਨ੍ਹਾਂ ਨੂੰ ਸਟਰਕਚਰ ਦੇ ਕਰਕੇ ਭੇਦਭਾਵ ਸਹਿਣਾ ਪੈਂਦਾ ਉਹ ਕੌਣ-ਕੌਣ ਨੇ? ਉਹ ਹੈ ਵਿਮਨ, ਸ਼ਡਿਊਲ ਕਾਸਟ, ਸ਼ਡਿਊਲ ਸੋ ਰੈਪੀਟੀਟਿਵ ਹੋ ਗਿਆ, ਯੂ ਕੈਨ ਕੱਟ ਇਟ ਡਾਊਨ, ਵਿਮਨ, ਸ਼ਡਿਊਲ ਕਾਸਟ, ਦਲਿਤਸ, ਸ਼ਡਿਊਲ ਟ੍ਰਾਈਬ। ਕਿਉਂ ਇਸ ਤਰ੍ਹਾਂ ਦੇ ਸਟਰਕਚਰ, ਇਸ ਤਰ੍ਹਾਂ ਦੀ ਕੈਟੇਗਰੀ ਚਾਹੁੰਦੇ ਨੇ ਕਿ ਉਹਨਾਂ ਨੂੰ ਉਸ ਕੈਟੇਗਰੀ 'ਚ ਹੋਣ ਕਾਰਨ ਹੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਵਿਮਨ ਨੂੰ ਜਿਵੇਂ ਵਾਇਲੈਂਸ, ਘਰੇ ਕ੍ਰੂਐਲਿਟੀ, ਫਿਜ਼ੀਕਲ ਵਾਇਲੈਂਸ, ਮੈਂਟਲ ਵਾਇਲੈਂਸ, ਫਿਜ਼ੀਕਲ ਹਰਾਸਮੈਂਟ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣਾ ਕਰਨਾ ਪੈਂਦਾ ਹੈ। ਜਾਂ ਫਿਰ ਜਦੋਂ ਛੋਟੀਆਂ ਹੁੰਦੀਆਂ ਨੇ ਤਾਂ ਇੱਕ ਗਰਲ ਚਾਈਲਡ ਨੂੰ ਇਨਫੈਂਟੀਸਾਈਡ ਕੁੱਖ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ। ਜਾਂ ਉਹਨੂੰ ਜਿਵੇਂ ਇੱਕ ਗਰਲ ਹੈ ਤੇ ਇੱਕ ਬॉय ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ, ਅੱਜ ਵੀ ਬਹੁਤ ਜਗ੍ਹਾ ਤੇ ਹੋ ਰਿਹਾ ਕਿ ਜੇ ਗਰਲ ਤੇ ਇੱਕ ਬॉय ਹੈ ਕਿਸੇ ਦੇ ਚਿਲਡਰਨ ਤਾਂ ਬॉय ਦੇ ਨਿਊਟ੍ਰੀਸ਼ਨ, ਉਹਦੀ ਹੈਲਥ, ਉਹਦੀ ਡਾਈਟ ਦੇ ਉੱਤੇ ਜ਼ਿਆਦਾ ਧਿਆਨ ਰੱਖਦੇ ਨੇ, ਗਰਲ ਦੀ ਡਾਈਟ ਦੇ ਉੱਤੇ ਘੱਟ ਧਿਆਨ ਰੱਖਦੇ ਨੇ। ਐਜੂਕੇਸ਼ਨ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਸੋ ਹਰ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਟ੍ਰੈਡੀਸ਼ਨਲੀ ਕਹਿੰਦੇ ਪੁਰਾਣੇ ਜ਼ਮਾਨੇ 'ਚ ਕੀ ਸੀ ਕਿ ਕਾਸਟ ਦੇ ਬੇਸਿਸ ਤੇ ਹੀ ਜੌਬ ਮਿਲਦੀ ਸੀ, ਆਕੂਪੇਸ਼ਨ ਮਿਲਦੀ ਸੀ। ਜਿਵੇਂ ਆਪਾਂ ਨੂੰ ਪਤਾ ਹੈ ਕਿ ਬ੍ਰਾਹਮਣਸ, ਕਸ਼ਤਰੀਆਸ, ਇਹ ਸਾਰੀਆਂ ਕੈਟੇਗਰੀਜ਼ ਬਣਾਈਆਂ ਹੋਈਆਂ ਸੀ ਜੌਬ ਨੂੰ ਲੈ ਕੇ। ਸੋ ਜਿਹੜੇ ਲੋਕ ਪੋਲਿਊਟਡ ਐਲੀਮੈਂਟਸ ਆਫ ਸੁਸਾਇਟੀ ਕਿਹਾ ਜਾਂਦਾ ਸੀ, ਜਿਹੜੇ ਲੋਕ ਮਰੇ ਹੋਏ ਕੈਟਲ ਵਗੈਰਾ ਨੂੰ ਚੱਕਦੇ ਸੀ ਜਾਂ ਲੈਦਰ, ਚਮੜੇ ਦਾ ਕੰਮ ਕਰਦੇ ਸੀ, ਜਾਂ ਫਿਰ ਫਿਨਰਲ ਸੈਰੇਮਨੀਜ਼ ਜਿਵੇਂ ਕਿਸੇ ਦਾ ਸੰਸਕਾਰ ਵਗੈਰਾ ਕਰਦੇ ਆ ਉਹਦੇ ਨਾਲ ਰਿਲੇਟਡ ਕੰਮ ਕਰਦੇ ਸੀ। ਸੋ ਉਹਨਾਂ ਨੂੰ ਸਭ ਤੋਂ ਨੀਚੇ ਰੱਖਿਆ ਜਾਂਦਾ ਸੀ, ਬਾਟਮ ਤੇ ਇਹਨਾਂ ਲੋਕਾਂ ਨੂੰ ਅਛੂਤ, ਅਨਟੱਚੇਬਲ ਕਿਹਾ ਜਾਂਦਾ ਸੀ। ਤੇ ਜਿਹੜੇ ਬ੍ਰਾਹਮਣ ਸੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਓਰ ਮੰਨਿਆ ਜਾਂਦਾ ਸੀ ਤੇ ਬ੍ਰਾਹਮਣਸ ਹੀ ਸੀ ਜਿਨ੍ਹਾਂ ਨੇ ਪਿਓਰਿਟੀ ਇੰਪਿਓਰਿਟੀ ਦਾ ਜਿਹੜਾ ਕਨਸੈਪਟ ਉਹ ਲਿਆਂਦਾ ਸੀ। ਤੇ ਇਹ ਕਨਸੈਪਟ ਬਿਲਕੁਲ ਹੀ ਗਲਤ ਹੈ। ਕਿਸੇ ਨੂੰ ਕਿਸੇ ਕੰਮ ਦੇ ਬੇਸਿਸ ਦੇ ਉੱਤੇ ਜੱਜ ਕਰਨਾ, ਦਿਸ ਇਜ਼ ਵੈਰੀ ਰੋਂਗ ਥਿੰਕਿੰਗ ਤੇ ਅੱਜ ਕੱਲ੍ਹ ਤੇ ਬਹੁਤ ਜ਼ਿਆਦਾ ਘਟ ਗਿਆ ਹੈ। ਐਂਡ ਈਵਨ ਵੀ ਐਜ਼ ਅ ਯੂਥ ਆਪਾਂ ਨੂੰ ਵੀ ਇਸ ਚੀਜ਼ ਵਿੱਚ ਕੰਟਰੀਬਿਊਸ਼ਨ ਦੇਣਾ ਚਾਹੀਦਾ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਿਹਾ ਆਪਾਂ ਉਹਦੀ ਮਿਹਨਤ ਨੂੰ, ਉਹਦੇ ਕੰਮ ਨੂੰ ਐਪਰੀਸ਼ੀਏਟ ਕਰੀਏ ਰਾਦਰ ਦੈਨ ਉਹਨੂੰ ਡੀਮੋਟੀਵੇਟ ਕਰਨ ਤੋਂ। ਸੋ ਕੋਈ ਵੀ ਅਨਟੱਚੇਬਲ ਕੁਛ ਨਹੀਂ ਹੁੰਦਾ, ਇਟਸ all depends upon our thinking, our mentality. So we need to upgrade all this and done away with these old rituals. Structurally the low caste were economically dependent. So ਕਹਿੰਦੇ ਜਿਹੜੇ low caste ਹੁੰਦੀਆਂ ਸੀ ਇਹਨਾਂ ਨੂੰ ਪੈਸੇ ਦੇ ਤੌਰ ਤੇ ਵੀ, economically ਵੀ ਹਾਈ ਕਾਸਟ ਦੇ ਉੱਤੇ ਡਿਪੈਂਡੈਂਟ ਰਹਿਣਾ ਪੈਂਦਾ ਸੀ ਤੇ ਹਾਈ ਕਾਸਟ ਸੀ ਜਿਹੜੀ ਉਹ ਬਦਲੇ ਦੇ ਵਿੱਚ ਇਹਨਾਂ ਨੂੰ ਬਹੁਤ ਤੰਗ ਕਰਦੀ ਸੀ, ਐਕਸਪਲੋਇਟ ਕਰਦੀ ਸੀ। ਸੋ ਇਹਨਾਂ ਦੇ ਲਾਈਫ ਸਟਾਈਲ ਦੇ ਉੱਤੇ ਬਹੁਤ ਅਸਰ ਪੈਂਦਾ ਸੀ, ਖਾਣ ਪੀਣ ਤੇ, ਪੜ੍ਹਾਈ ਤੇ, ਹੈਲਥ ਤੇ, ਹਰ ਚੀਜ਼ ਤੇ ਇਹਨਾਂ ਦੇ ਅਸਰ ਪੈਂਦਾ ਸੀ। ਸੋ ਸੋਸ਼ਲੀ, ਪੋਲੀਟੀਕਲੀ, ਇਕਨੋਮਿਕਲੀ, ਕਲਚਰਲੀ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਡੀਗ੍ਰੇਡ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਆਉਂਦੇ ਨੇ ਸ਼ਡਿਊਲਡ ਟ੍ਰਾਈਬ। ਸ਼ਡਿਊਲਡ ਕਾਸਟ ਦੀ ਤਰ੍ਹਾਂ ਹੀ ਜਿਹੜੇ ਸ਼ਡਿਊਲਡ ਟ੍ਰਾਈਬ ਨੇ ਉਹਨਾਂ ਨੂੰ ਵੀ ਪੂਅਰੈਸਟ ਸਟ੍ਰੈਟਾ ਮੰਨਿਆ ਜਾਂਦਾ ਸੀ ਕਿ ਇਹ ਸਭ ਤੋਂ ਜ਼ਿਆਦਾ ਗਰੀਬ ਸਟ੍ਰੈਟਾ ਦੇ ਲੋਕ ਨੇ, ਸਭ ਤੋਂ ਜ਼ਿਆਦਾ ਜਿਹੜੇ ਗਰੀਬ ਨੇ ਇਹ ਐਸਟੀ ਕੈਟੇਗਰੀ ਦੇ ਨੇ, ਟ੍ਰਾਈਬਲ ਪੀਪਲ ਨੇ। ਸੋ ਇਹਨਾਂ ਦਾ ਜਿਹੜੀ ਇਹਨਾਂ ਦੀ ਫਸਲ ਸੀ ਜਾਂ ਲੈਂਡ ਸੀ, ਜ਼ਮੀਨ ਸੀ, ਉਹਦੇ ਉੱਤੇ ਬਹੁਤ ਹੀ ਘੱਟ ਕੰਟਰੋਲ ਹੁੰਦਾ ਸੀ।
ਇਹਨਾਂ ਨੂੰ ਐਕਸਪਲੋਇਟ ਕਰਕੇ ਜਿਹੜੇ ਰਿਚ ਪੀਪਲ ਸੀ ਜਾਂ ਫਿਰ ਜ਼ਮੀਂਦਾਰ ਵਗੈਰਾ ਸੀ ਉਹ ਇਹਨਾਂ ਦੀ ਪ੍ਰਾਪਰਟੀ ਲੈ ਲੈਂਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਸ਼ਡਿਊਲਡ ਕਾਸਟ ਸੀ, ਸ਼ਡਿਊਲਡ ਟ੍ਰਾਈਬ, ਉਹਨਾਂ ਨੂੰ ਬਹੁਤ ਸਾਰੇ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਇਹਨਾਂ ਨੂੰ ਵੀਕਰ ਜਾਂ ਵਲਨਰੇਬਲ ਕੈਟੇਗਰੀ ਦੇ ਵਿੱਚ ਰੱਖਿਆ ਗਿਆ। ਸੋ ਦੂਜੇ ਨੰਬਰ ਤੇ ਆਉਂਦਾ ਚਿਲਡਰਨ ਤੇ ਏਜਡ 올ਡ ਏਜ ਪੀਪਲ। ਕਹਿੰਦੇ ਜਿਹੜੇ ਚਿਲਡਰਨ ਹੈ, ਬੱਚੇ ਹੈ ਜਾਂ ਬਜ਼ੁਰਗ ਹੈ, ਉਹਨਾਂ ਨੂੰ ਵੀ ਇੱਕ ਅਲੱਗ ਤਰ੍ਹਾਂ ਦੀ ਵਲਨਰੇਬਿਲਿਟੀ ਦਾ, ਵੀਕਨੈਸ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਦੇ ਵਿੱਚ ਅੱਜ ਕੱਲ੍ਹ ਜਿਹੜੀ ਮੋਰਟੈਲਿਟੀ ਹੈ, ਜਿਹੜੇ 1 ਸਾਲ ਦੇ ਅੰਦਰ ਦੇ ਬਰਥ ਦੇ ਅੰਦਰ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਉਹ ਚੀਜ਼ਾਂ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ। ਕਿਉਂ? ਕਿਉਂਕਿ ਜਿਹੜੇ ਮਦਰ ਹੈ ਉਹਨਾਂ ਨੂੰ ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਨਹੀਂ ਮਿਲਦੀ। ਇਹ ਮੇਨਲੀ ਹੁੰਦਾ ਹੈ ਗਰੀਬ ਲੋਕਾਂ ਦੇ ਵਿੱਚ, ਜਿਵੇਂ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਆਉਂਦੀ ਹੈ, ਕ੍ਰੋਨਿਕ ਹੰਗਰ ਦੀ ਪ੍ਰੋਬਲਮ ਆਉਂਦੀ ਹੈ। ਸੋ ਇਹੀ ਕਾਰਨ ਹੈ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ, ਪੂਅਰ ਫੈਮਲੀਜ਼ ਦੇ, ਉਹਨਾਂ ਦੇ ਵਿੱਚ ਜ਼ਿਆਦਾ ਡੈਥ ਹੁੰਦੀਆਂ ਨੇ। ਕੋਈ ਫੂਡ ਸਿਕਿਉਰਿਟੀ ਨਹੀਂ ਹੈ, ਕੋਈ ਹੈਲਥ ਨੂੰ, ਐਜੂਕੇਸ਼ਨ ਨੂੰ ਲੈ ਕੇ ਪ੍ਰੋਪਰ ਐਕਸੈਸ ਨਹੀਂ ਹੈ। ਸੋ ਕਹਿੰਦੇ 5 ਸਟੇਟ ਨੇ ਇੰਡੀਆ ਦੀਆਂ ਜਿੱਥੇ ਨਿਊ ਬੌਰਨ ਦੇ ਵਿੱਚ ਟੈਟਨਸ ਦੀ ਪ੍ਰੋਬਲਮ ਹਜੇ ਵੀ ਬਹੁਤ ਜ਼ਿਆਦਾ ਹੈ। ਟੈਟਨਸ ਦੀ ਜਿਹੜੀ ਪ੍ਰੋਬਲਮ ਹੈ ਉਹ ਨਵੇਂ ਜੰਮੇ ਬੱਚਿਆਂ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਹੈ। ਉਹ ਕਿਹੜੀਆਂ 5 ਸਟੇਟਸ ਨੇ? ਨੰਬਰ 1 ਹੈ ਯੂਪੀ, ਨੰਬਰ 2 ਤੇ ਮੱਧ ਪ੍ਰਦੇਸ਼, 3 ਤੇ ਰਾਜਸਥਾਨ, 4 ਵੈਸਟ ਬੰਗਾਲ ਤੇ 5 ਅਸਾਮ। ਸੋ ਇੰਡੀਆ ਦੇ ਵਿੱਚ ਜਿਹੜੇ 올ਡ ਏਜ ਪੀਪਲ ਨੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਅੱਜ ਕੱਲ੍ਹ ਸਰਕਾਰ ਨੇ ਬਹੁਤ ਸਾਰੀ ਸਕੀਮਸ ਚਲਾਤੀਆਂ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਆਪਣੇ 올ਡ ਏਜ ਪੇਰੈਂਟ ਦੀ ਮੇਨਟੇਨੈਂਸ ਵਗੈਰਾ ਕਰਨ। ਸੋ ਇਹਦੇ ਲਈ ਪ੍ਰੋਪਰ ਲਾਅ ਅਮੈਂਡ ਵੀ ਕਰਤੇ, ਪਰ ਜਿਹੜੀਆਂ ਪਾਲਿਸੀ ਨੇ ਇਹ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋ ਪਾ ਰਹੀਆਂ। ਤੇ ਮੇਨ ਕਾਰਨ ਕੀ ਹੈ ਕਿ ਜਿਹੜੇ ਐਲਡਰਲੀ ਪੀਪਲ ਨੇ ਉਹਨਾਂ ਨੂੰ ਆਪਾਂ ਵੀਕਰ ਸੈਕਸ਼ਨ 'ਚ ਪਾਉਂਦੇ ਹਾਂ, ਕਿਉਂਕਿ ਇਹ ਲੋਕ ਨੇ ਜਿਹੜੇ ਇਹ ਲੈਸ ਕੇਪੇਬਲ ਹੁੰਦੇ ਨੇ ਕਿ ਇੰਡੀਪੈਂਡੈਂਟਲੀ ਆਪਣਾ ਆਪ ਧਿਆਨ ਰੱਖ ਸਕਣ। ਇਹਨਾਂ ਨੂੰ ਜ਼ਿੰਦਗੀ ਜੀਣ ਦੇ ਲਈ ਕਿਸੇ ਦੀ ਹੈਲਪ ਦੀ, ਮਦਦ ਦੀ ਲੋੜ ਪੈਂਦੀ ਹੈ। ਸੋ ਇਸੇ ਲਈ ਇਹ ਜਿਹੜੇ ਯੰਗ ਨੇ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ ਤੇ ਇਹਨਾਂ ਨੂੰ ਕੇਅਰ ਦੀ, ਸਪੋਰਟ ਦੀ ਇੱਕ ਜ਼ਰੂਰਤ ਪੈਂਦੀ ਹੈ। ਸੋ ਇਹੀ ਕਾਰਨ ਹੈ ਕਿ ਚਿਲਡਰਨ ਤੇ ਏਜਡ ਇਹਨਾਂ ਨੂੰ ਵੀ ਆਪਾਂ ਵਲਨਰੇਬਿਲਿਟੀ ਕੈਟੇਗਰੀ 'ਚ ਰੱਖਦੇ ਹਾਂ। ਸੋ ਤੀਜੇ ਨੰਬਰ ਤੇ ਆਉਂਦਾ ਡਿਸੇਬਿਲਿਟੀ। ਜੇ ਕੋਈ ਫਿਜ਼ੀਕਲ ਡਿਸੇਬਲ ਹੈ, ਫਿਜ਼ੀਕਲੀ ਵੀਕਰ ਹੈ, ਤਾਂ ਉਸ ਬੰਦੇ ਨੂੰ ਵੀ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਉਹਨੂੰ ਬਹੁਤ ਅਲੱਗ ਤਰ੍ਹਾਂ ਦੇ ਨਾਲ ਦੇਖਦੇ ਨੇ, ਚਾਹੇ ਐਜੂਕੇਸ਼ਨ ਸੈਕਟਰ ਹੈ, ਇੰਪਲੋਇਮੈਂਟ ਹੈ, ਆਲਦੋ ਦੇਅਰ ਇਜ਼ ਰਿਜ਼ਰਵੇਸ਼ਨ, ਬਟ ਜਦੋਂ ਕੰਮ ਕਰਦਾ ਉੱਥੇ ਜਾ ਕੇ ਤਾਂ ਜਿਹੜੀ ਸੁਸਾਈਟੀਅਲ ਇਸ਼ੂਜ਼ ਨੇ, ਮੈਂਟਲ ਇਸ਼ੂਜ਼ ਨੇ, ਉਹ ਹਜੇ ਵੀ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਉਹਨੂੰ ਮੋਟੀਵੇਟ ਕਰਨ ਦੇ ਵਿੱਚ ਨਹੀਂ ਹੈਲਪ ਕਰਦੇ। ਸੋ ਇਹਦੇ ਨਾਲ ਕੀ ਹੈ ਕਿ ਜਿਹੜੀ ਡਿਸੇਬਲਡ ਪੋਪੂਲੇਸ਼ਨ ਹੈ ਉਹ ਅੱਗੇ ਘੱਟ ਆਉਂਦੀ ਹੈ, ਉਹ ਆਪਣੇ ਟੈਲੈਂਟ ਨੂੰ ਦੱਬ ਕੇ ਰੱਖ ਲੈਂਦੀ ਹੈ। ਬਟ ਦਿਸ ਇਜ਼ ਰੀਅਲੀ ਰੋਂਗ। ਚਾਹੇ ਕੋਈ ਡਿਸੇਬਲ ਹੈ, ਚਾਹੇ ਕੋਈ ਏਬਲ ਹੈ, ਜੇ ਕਿਸੇ ਦੇ ਵਿੱਚ ਇੱਕ ਪਾਰਟਿਕੂਲਰ ਟੈਲੈਂਟ ਹੈ, ਨੌਲੇਜ ਹੈ, ਐਜੂਕੇਸ਼ਨ, ਤੁਹਾਨੂੰ ਕਿਸੇ ਵੀ ਚੀਜ਼ ਤੋਂ ਦੂਰ ਨਾ ਰੱਖਿਆ ਜਾਵੇ। ਪੇਰੈਂਟਸ, ਸੋਸਾਇਟੀ, ਨੇਬਰਹੁੱਡ, ਹਰ ਕੋਈ ਆਪਣਾ ਇਕੁਅਲ ਕੰਟਰੀਬਿਊਸ਼ਨ ਪਾਵੇ ਕਿ ਜੇ ਕੋਈ ਇਨਸਾਨ ਫਿਜ਼ੀਕਲੀ ਡਿਸੇਬਲ ਹੈ ਤਾਂ ਆਪਾਂ ਉਹਨੂੰ ਕਿਵੇਂ ਮੋਟੀਵੇਟ ਕਰਨਾ। ਡਿਸੇਬਿਲਿਟੀ ਦੇ ਵਿੱਚ 2 ਕੈਟੇਗਰੀਜ਼ ਹੁੰਦੀਆਂ ਨੇ, ਇੱਕ ਤਾਂ ਜਿਹੜੇ ਬਾਏ ਬਰਥ ਹੀ ਡਿਸੇਬਲ ਹੋਣ, ਇੱਕ ਜਿਹੜੇ ਕਿਸੇ ਐਕਸੀਡੈਂਟ ਜਾਂ ਕਿਸੇ ਮੈਡੀਕਲ ਰੀਜ਼ਨ ਕਰਕੇ ਬਰਥ ਤੋਂ ਬਾਅਦ, ਪੈਦਾ ਹੋਣ ਤੋਂ ਬਾਅਦ ਆਪਣੀ ਅੱਗੇ ਦੀ ਜ਼ਿੰਦਗੀ ਦੇ ਵਿੱਚ ਡਿਸੇਬਲ ਹੋਏ ਹੋਣ। ਸੋ ਇਹ 2 ਕੈਟੇਗਰੀਜ਼ ਨੇ ਡਿਸੇਬਲ ਦੀਆਂ, ਇਹ ਵੀ ਆਪਾਂ ਨੇ ਯਾਦ ਰੱਖਣੀਆਂ ਨੇ। ਤੇ ਡਿਸੇਬਲ ਦੇ ਵਿੱਚ ਵੀ ਜ਼ਿਆਦਾ ਪ੍ਰੋਬਲਮ ਕਿਹਨੂੰ ਆਉਂਦੀ ਹੈ? ਵਿਮਨ ਨੂੰ, ਚਿਲਡਰਨ ਨੂੰ, ਏਜ ਨੂੰ, ਕਿਉਂਕਿ ਤਿੰਨੋਂ ਕੈਟੇਗਰੀ ਦੇ ਲੋਕ ਜਿਹੜੇ ਮੇਲਸ ਨੇ ਜਾਂ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਉੱਤੇ ਡਿਪੈਂਡੈਂਟ ਨੇ, ਇਹਨਾਂ ਨੂੰ ਅਟੈਂਸ਼ਨ ਦੀ ਜ਼ਰੂਰਤ ਪੈਂਦੀ ਹੈ ਤੇ ਜ਼ਿਆਦਾ ਵਲਨਰੇਬਲ ਨੇ। ਤੇ ਇੱਕ ਹੋਰ ਚੀਜ਼ ਹੈ ਮੈਂਟਲ ਇਲਨੈਸ, ਇਹ ਵੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਵੱਡਾ ਪਾਰਟ ਬਣ ਰਹੀ ਹੈ ਡਿਸੇਬਿਲਿਟੀ ਦਾ। ਸੋ ਡਿਸੇਬਿਲਿਟੀ ਦੇ ਅੰਦਰ ਇੱਕ ਇੰਪੋਰਟੈਂਟ ਇੱਕ ਕੁਐਸਚਨ ਵੀ ਬਣਦਾ ਹੈ that does mental illness comes under disability? So ਇਹਦਾ ਆਨਸਰ ਹੈ yes, mental illness is a disability। ਫੋਰਥ ਹੈ ਮਾਈਗ੍ਰੇਸ਼ਨ ਦੇ ਕਰਕੇ। ਜਦੋਂ ਕਿਸੇ ਨੂੰ, ਕੋਈ ਮਜ਼ਦੂਰਾਂ ਨੂੰ, ਜਿਵੇਂ ਯੂਪੀ ਬਿਹਾਰ ਤੋਂ ਪੰਜਾਬ ਆਉਂਦੇ ਨੇ, ਜਦੋਂ ਉਹ ਲੋਕ ਉਰੇ ਕੰਮ ਕਰਨ ਆਉਂਦੇ ਨੇ ਤਾਂ ਉਹਨਾਂ ਨੂੰ ਇਕੁਅਲ ਰਿਸਪੈਕਟ ਦਿੱਤੀ ਜਾਵੇ। ਉਹਨਾਂ ਨੂੰ ਇਹ ਨਾ ਕਿਹਾ ਜਾਵੇ ਕਿ ਤੁਸੀਂ ਯੂਪੀ ਤੋਂ ਆਏ ਹੋ, ਬਿਹਾਰ ਤੋਂ ਆਏ ਹੋ। ਸੋ ਹਰ ਕਿਸੇ ਨੂੰ ਉਹਨਾਂ ਦੀ ਜਿਹੜੀ ਇੱਕ ਹਿਊਮਨ ਰਾਈਟ, ਇੱਕ ਮਨੁੱਖੀ ਅਧਿਕਾਰ ਹੈ ਡਿਗਨਿਟੀ ਦੇ ਨਾਲ ਜੀਣ ਦਾ, ਸੋ ਉਹ ਡਿਗਨਿਟੀ ਨੂੰ ਪ੍ਰੋਵਾਈਡ ਕਰਨਾ ਆਪਣੀ ਸੁਸਾਇਟੀ ਦਾ ਕੰਮ ਹੈ। ਤੇ ਆਪਾਂ ਸਾਰਿਆਂ ਨੂੰ ਇਹ ਚੀਜ਼ ਇਨਸ਼ੋਰ ਕਰਨੀ ਚਾਹੀਦੀ ਹੈ ਕਿ ਜੇ ਕੋਈ ਮਾਈਗ੍ਰੈਂਟ ਹੈ, ਦੂਜੀ ਜਗ੍ਹਾ ਤੇ ਆਇਆ ਹੈ, ਤਾਂ ਉਹਨੂੰ ਉਸ ਜਗ੍ਹਾ ਦੇ ਵਿੱਚ ਕੰਫਰਟੇਬਲ ਫੀਲ ਕਰਵਾਇਆ ਜਾਵੇ, ਨਾ ਕਿ ਉਹਨੂੰ ਡੀਮੋਟੀਵੇਟ, ਡੀਗ੍ਰੇਡ ਕੀਤਾ ਜਾਵੇ। So migrants and the denial of right must be understood from the existing contradiction within and across country.
from skilled and voluntary migrant at one end of spectrum to the poor unskilled migrant population. ਸੋ ਕਹਿੰਦੇ ਆਪਣੀ ਜਗ੍ਹਾ ਜਿੱਥੋਂ ਆਏ ਨੇ, ਚਾਹੇ ਉਹ ਕਿਸੇ ਦੇਸ਼ ਤੋਂ ਆਏ ਨੇ, ਚਾਹੇ ਕਿਸੇ ਸਟੇਟ ਤੋਂ ਆਏ ਨੇ, ਉੱਥੇ ਉਹ ਬਹੁਤ ਵਧੀਆ ਰਹਿ ਰਹੇ ਹੁੰਦੇ ਨੇ, ਬਹੁਤ ਇੱਕ ਰਿਸਪੈਕਟਫੁਲ ਵੇ ਦੇ ਨਾਲ ਜ਼ਿੰਦਗੀ ਜੀ ਰਹੇ ਹੁੰਦੇ ਨੇ। ਸੋ ਜਦੋਂ ਨਵੀਂ ਜਗ੍ਹਾ ਤੇ ਆਉਂਦੇ ਨੇ ਤਾਂ ਇੱਕਦਮ ਉਹ ਪੂਅਰ ਅਨਸਕਿਲਡ ਕੈਟੇਗਰੀ 'ਚ ਆ ਜਾਂਦੇ ਨੇ। ਸੋ ਪਹਿਲਾਂ ਹੀ ਉਹਨਾਂ ਦੇ ਮੈਂਟਲੀ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਹੁੰਦਾ ਨਵੀਂ ਜਗ੍ਹਾ 'ਚ ਆ ਕੇ ਡਿਵੈਲਪ ਕਰਨ ਦਾ, ਮਿਕਸਅਪ ਹੋਣ ਦਾ। ਸੋ ਆਪਣੀ ਡਿਊਟੀ ਬਣਦੀ ਹੈ ਕਿ ਆਪਾਂ ਉਹਨਾਂ ਨੂੰ ਇਸ ਚੀਜ਼ ਤੋਂ ਉੱਪਰ ਚੱਕੀਏ, ਅਪਗ੍ਰੇਡ ਕਰੀਏ। ਸੋ ਜਿੰਨੇ ਵੀ ਮਾਈਗ੍ਰੈਂਟਸ ਨੇ ਉਹਨਾਂ ਦੀ ਹੈਲਥ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ ਜਿਹੜੀ ਲੋਕਲ ਅਥਾਰਟੀਜ਼ ਨੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਸੋ ਲਾਸਟ ਆਉਂਦਾ ਹੈ ਵਲਨਰੇਬਿਲਿਟੀ ਡਿਊ ਟੂ ਸਟਿਗਮਾ ਐਂਡ ਡਿਸਕ੍ਰਿਮੀਨੇਸ਼ਨ। ਕਈ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਆਪਣੀ ਸੁਸਾਇਟੀ ਬਹੁਤ ਹੀ ਗਲਤ ਨਜ਼ਰ ਦੇ ਨਾਲ ਦੇਖਦੀ ਹੈ। ਆਲਦੋ ਉਹ ਬਿਮਾਰੀਆਂ ਦਾ ਅੱਜਕੱਲ ਇਲਾਜ ਵੀ ਆ ਗਿਆ ਤੇ ਉਹ ਨਾਨ ਕਮਿਊਨੀਕੇਬਲ ਨੇਚਰ ਦੀਆਂ ਨੇ, ਮਤਲਬ ਕਿਸੇ ਨੂੰ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਸੋ ਆਪਣੀ ਜਿਹੜੀ ਸੁਸਾਇਟੀ ਉਹਨੂੰ ਸਮਝਣ ਦੀ ਲੋੜ ਹੈ ਕਿ ਜੇ ਕੋਈ HIV AIDS ਜਾਂ ਕੋਈ ਸੈਕਸ਼ੂਅਲ ਮਾਈਨੋਰਿਟੀਜ਼ ਨਾਲ ਰਿਲੇਟਡ ਇਨਸਾਨ ਹੈ ਤਾਂ ਆਪਾਂ ਨੇ ਉਹਨੂੰ ਮੋਟੀਵੇਟ ਕਰਨਾ, ਉਹਨੂੰ ਡੀਮੋਟੀਵੇਟ ਨਹੀਂ ਕਰਨਾ। So there are certain attitude perception towards certain kind of illness, sexual orientation which result in discrimination against individual group. This section deals with the stigma and discrimination faced by the people living with HIV, sexual minorities. ਸਟਿਗਮਾ ਕੀ ਹੈ? ਸਟਿਗਮਾ ਕਿਸੇ ਚੀਜ਼ ਨਾਲ ਜੁੜੀ ਹੋਈ ਇੱਕ ਇਹੋ ਜਿਹੀ ਮੈਂਟੈਲਿਟੀ ਹੈ ਜਿਹੜਾ ਅਗਲੇ ਦੇ ਨਾਲ ਪੂਰੀ ਬੈਡਲੀ ਇਨਫਲੂਐਂਸ ਕਰਦੀ ਹੈ ਕਿਸੇ ਦੀ ਮੈਂਟਲ ਹੈਲਥ ਨੂੰ। ਸੋ ਗ੍ਰੇਟੈਸਟ ਬੈਰੀਅਰ ਹੈ, ਰੁਕਾਵਟ ਹੈ ਹੈਲਥ ਦੇ ਵਿੱਚ, ਹੈਲਥ ਕੇਅਰ ਦੇ ਵਿੱਚ। ਸੋ ਨੈਗੇਟਿਵ ਰਿਸਪੌਂਸ ਐਟੀਟਿਊਡ ਸੁਸਾਇਟੀ ਦਾ, ਸਪੈਸ਼ਲੀ ਜਿਹੜੇ HIV AIDS ਨਾਲ ਰਿਲੇਟਡ ਲੋਕਲ ਨੇ, ਇਹ ਲੋਕਾਂ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵ ਅਪਰੋਚ ਰੱਖੀ ਜਾਂਦੀ ਹੈ ਤੇ ਇਸ ਚੀਜ਼ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਸੋ ਜਿਹੜੇ ਇਹ ਲੋਕ ਨੇ ਇਹਨਾਂ ਦੇ ਜਿਹੜੇ ਰਾਈਟਸ ਨੇ ਉਹ ਵਾਇਲੇਟ ਹੋ ਰਹੇ ਨੇ, ਇਹਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ, ਇੰਪਲੋਇਮੈਂਟ ਹੈਲਥ ਨਹੀਂ ਦਿੱਤੀ ਜਾ ਰਹੀ। ਨਾਲ ਹੀ ਇੱਕ ਮੇਨ ਚੀਜ਼ ਹੈ ਕਿ ਇਹ ਆਪਣੇ ਕਲੋਜ਼, ਈਵਨ ਜਿਹੜੇ ਉਹਨਾਂ ਦੇ ਫੈਮਲੀਜ਼ ਨੇ, ਫਰੈਂਡਸ ਨੇ, ਉਹ ਵੀ ਕਈ ਵਾਰੀ ਉਹਨਾਂ ਨੂੰ ਸਪੋਰਟ ਨਹੀਂ ਦਿੰਦੇ। ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਮੇਨ ਆਪਣੀ ਫੈਮਲੀ ਹੈ, ਚਾਹੇ ਉਹ ਐਕਸਟੈਂਡਡ ਫੈਮਲੀ ਹੈ, ਆਪਣੀ ਫਰਸਟ ਫੈਮਲੀ ਹੈ ਜਾਂ ਆਪਣੇ ਕਲੋਜ਼ ਫਰੈਂਡਸ ਨੇ, ਜੇ ਆਪਾਂ ਨੂੰ ਲੱਗਦਾ ਹੈ ਕਿ ਆਪਣੀ ਫੈਮਲੀ, ਆਪਣੇ ਆਲੇ ਦੁਆਲੇ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਦੀ ਕੋਈ ਬਿਮਾਰੀ, ਪ੍ਰੋਬਲਮ ਆਈ ਹੈ, ਇਲਨੈਸ ਆਈ ਹੈ, ਤਾਂ ਆਪਣੀ ਇਹ ਮੋਰਲ ਡਿਊਟੀ ਬਣਦੀ ਹੈ ਕਿ ਆਪਾਂ ਉਸ ਇਨਸਾਨ ਨੂੰ ਮੋਟੀਵੇਟ ਕਰੀਏ, ਸਪੋਰਟ ਕਰੀਏ, ਉਹਨੂੰ ਅਵੇਅਰ ਕਰੀਏ ਤੇ ਆਪਾਂ ਉਹਦੀ ਹੈਲਪ ਕਰੀਏ ਪ੍ਰੋਪਰ ਹੈਲਥ ਕੇਅਰ ਲੈ ਕੇ ਆਉਣ 'ਚ। ਕਿਉਂਕਿ ਹਰ ਚੀਜ਼ ਦਾ ਅੱਜਕੱਲ ਇਲਾਜ ਹੈ ਤੇ ਜੇ ਆਪਾਂ ਕਿਸੇ ਦੀ ਮੈਂਟਲ ਸਟਰੈਂਥ ਬਣਦੇ ਆ ਤਾਂ ਫਿਜ਼ੀਕਲੀ ਇਨਸਾਨ ਆਪਣੇ ਆਪ ਹੀਲ ਕਰਨਾ ਸ਼ੁਰੂ ਹੋ ਜਾਂਦਾ ਹੈ। ਸੋ ਇਹ ਸੀ ਆਪਣਾ ਟੌਪਿਕ, ਬੇਸਿਕਲੀ ਪ੍ਰੋਫੈਸ਼ਨਲ ਐਥਿਕਸ ਦੇ ਨਾਲ ਰਿਲੇਟਡ ਸੀ ਪੂਰਾ ਟੌਪਿਕ ਕਿ ਜਦੋਂ ਆਪਾਂ ਨੇ ਕਿਸੇ ਡਿਊਟੀ ਦੇ ਵਿੱਚ ਜਾਣਾ ਹੈ ਤਾਂ ਉੱਥੇ ਆਪਣੀ ਕੀ ਜੌਬ ਡਿਊਟੀਜ਼ ਬਣਦੀਆਂ ਨੇ ਤੇ ਨਾਲ ਕੀ ਮੋਰਲ ਡਿਊਟੀਜ਼ ਬਣਦੀਆਂ ਨੇ। ਸੋ ਆਪਾਂ ਨੇ ਜਿਹੜੀ ਇਹ ਸਾਰੀ ਕੈਟੇਗਰੀ ਦੇ ਲੋਕ ਨੇ, ਵਲਨਰੇਬਲ ਸੈਕਸ਼ਨਸ, ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਇਹਦੇ ਨਾਲ ਹੀ ਸੁਸਾਇਟੀ ਅਪਗ੍ਰੇਡ ਹੋ ਸਕਦੀ ਹੈ। ਸੋ ਦਿਸ ਵਾਸ ਆਲ ਅਬਾਊਟ ਆਰ ਟੂਡੇਜ਼ ਟੌਪਿਕ। ਆਈ ਹੋਪ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਇਆ ਹੈ। And please do like, share, comment on my videos, and you can suggest me topics on which you want me to make any video, and all your feedbacks are welcome. And please subscribe to my channel Victor's Knowledge. Thank you and good luck.